दोस्तों ਅੱਜ ਦੀ ਇਸ ਵੀਡੀਓ ਰਿਪੋਰਟ ਦੇ ਵਿੱਚ ਚੈਨਲ ਰਿਤੇਸ਼ ਲੱਖੀ ਅਨਪਲੱਗਡ ਉੱਤੇ ਮੈਂ ਗੱਲ ਕਰਾਂਗਾ ਪੰਜਾਬ ਦੇ ਗੈਂਗਸਟਰਾਂ ਅਤੇ ਖਾਲਿਸਤਾਨੀ ਜਥੇਬੰਦੀਆਂ ਦੇ ਤਾਲਮੇਲ ਨਾਲ ਹੋ ਰਹੀਆਂ ਕਈ ਅਪਰਾਧਿਕ ਵਾਰਦਾਤਾਂ ਇੱਕ ਐਸੀ ਲੜੀ ਇੱਕ ਐਸਾ ਸਿਲਸਿਲਾ ਜਿਸ ਦੇ ਤਹਿਤ ਕਿ ਕਈ ਟਾਰਗੇਟਡ ਕਿਲਿੰਗਸ ਕਰਵਾਈਆਂ ਜਾਣੀਆਂ ਸੀ ਉਹਨਾਂ ਵਿੱਚੋਂ ਇੱਕ ਟਾਰਗੇਟਡ ਕਿਲਿੰਗ ਨੂੰ ਕਰਵਾ ਵੀ ਦਿੱਤਾ ਗਿਆ ਲੇਕਿਨ ਸਭ ਤੋਂ ਹੈਰਾਨੀ ਦੀ ਗੱਲ ਸੀ ਜਿਸ ਗੈਂਗਸਟਰ ਦੇ ਨਾਂ ਉੱਤੇ ਇਹ ਸਾਰੀਆਂ ਕਿਲਿੰਗਸ ਕੀਤੀਆਂ ਗਈਆਂ ਜਾਂ ਇਸ ਦੇ ਨਾਲ ਹੋਰ ਵੀ ਕਈ ਅਪਰਾਧਿਕ ਵਾਰਦਾਤਾਂ ਕਰਵਾਈਆਂ ਗਈਆਂ ਉਸ ਨੂੰ ਖਾਲਿਸਤਾਨੀ ਜਥੇਬੰਦੀਆਂ ਤੋਂ ਜ਼ਿਆਦਾ ਮੈਨੇਜ ਕਰ ਰਿਹਾ ਸੀ ਇੱਕ ਹੋਰ ਗੈਂਗਸਟਰ ਤੇ ਉਹ ਗੈਂਗਸਟਰ ਜਿਸ ਦੇ ਨਾਂ ਉੱਤੇ ਜਿਸ ਦੇ ਗਰੁੱਪ ਦੇ ਨਾਂ ਉੱਤੇ ਸਾਰੀ ਜ਼ਿੰਮੇਵਾਰੀਆਂ ਚੁੱਕੀਆਂ ਜਾ ਰਹੀਆਂ ਸਨ ਉਸ ਦੀ ਮੌਤ ਹੋ ਚੁੱਕੀ ਸੀ ਤੇ ਉਸ ਨੂੰ ਕਤਲ ਵੀ ਉਸੇ ਗੈਂਗਸਟਰ ਨੇ ਕੀਤਾ ਜੋ ਕਿ ਕੈਨੇਡਾ ਦੀ ਧਰਤੀ ਤੋਂ ਬੈਠ ਕੇ ਇਸ ਪੂਰੇ ਨੈਟਵਰਕ ਨੂੰ ਚਲਾ ਰਿਹਾ ਸੀ ਤੋੜ ਰਿਹਾ ਸੀ ਆਪਣੇ ਸ਼ਾਰਪ ਸ਼ੂਟਰਾਂ ਜ਼ਰੀਏ ਇੱਕ ਤੋਂ ਬਾਅਦ ਇੱਕ ਅਪਰਾਧਿਕ ਵਾਰਦਾਤ ਨੂੰ ਅੰਜਾਮ ਦੇ ਰਿਹਾ ਸੀ ਬੇਅਦਬੀ ਦੇ ਕੁਝ ਮੁਲਜ਼ਮਾਂ ਜਾਂ ਫਿਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਮਾਰ ਕੇ ਇੱਕ ਪਾਸੇ ਉਹਨਾਂ ਬੇਅਦਬੀ ਦੀਆਂ 2015 ਦੀਆਂ ਘਟਨਾਵਾਂ ਦਾ ਬਦਲਾ ਲੈਣ ਦੇ ਨਾਂ ਉੱਤੇ ਸਿੱਖ ਕੌਮ ਦੀ ਸਿੰਪਥੀ ਬਟੋਰਨ ਦੀ ਕੋਸ਼ਿਸ਼ ਇਹਨਾਂ ਗੈਂਗਸਟਰਾਂ ਨੇ ਉਹਨਾਂ ਖਾਲਿਸਤਾਨੀ ਅੰਸਰਾਂ ਦੇ ਸ਼ੈ ਉੱਤੇ ਕੀਤੀ ਸੋਸ਼ਲ ਪੋਸਟਾਂ ਜਾਂ ਸੋਸ਼ਲ ਮੀਡੀਆ ਦੇ ਰਾਹੀਂ ਉਹਨਾਂ ਪੋਸਟਾਂ ਨੂੰ ਫੇਸਬੁੱਕਾਂ ਤੋਂ ਅਪਲੋਡ ਕੀਤਾ ਤੇ ਉਹਨਾਂ ਗੈਂਗਸਟਰਾਂ ਦੇ ਫੇਸਬੁੱਕਾਂ ਤੋਂ ਅਪਲੋਡ ਕਰਕੇ ਸੁਰੱਖਿਆ ਏਜੰਸੀਆਂ ਨੂੰ ਗੁੰਮਰਾਹ ਕੀਤਾ ਜੋ ਕਿ ਗੈਂਗਸਟਰ ਮਾਰ ਚੁੱਕੇ ਸਨ ਕਈ ਮਹੀਨੇ ਸੁਰੱਖਿਆ ਏਜੰਸੀਆਂ NIA OCCU ਜਾਂ ਉਹ तमाम ਜਿਹੜੀਆਂ ਯੂਨਿਟਸ ਸਨ ਉਹ ਵੀ ਹਨੇਰੇ ਵਿੱਚ ਭਟਕਦੀਆਂ ਰਹੀਆਂ ਲੇਕਿਨ ਅਸਲ ਦੇ ਵਿੱਚ ਹੋ ਹੀ ਰਿਹਾ ਸੀ ਵੀ ਪੰਜਾਬ ਦੇ ਮੋਗਾ ਦੇ ਇਲਾਕੇ ਵਿੱਚ ਇੱਕ ਬਹੁਤ ਵੱਡਾ ਐਕਸਟੋਰਸ਼ਨ ਦਾ ਰੈਕੇਟ ਤੁਰ ਚੁੱਕਿਆ ਸੀ ਅਪਰਾਧਿਕ ਘਟਨਾਵਾਂ ਵਾਰਦਾਤਾਂ ਕਤਲਾਂ ਅਤੇ ਫਿਰੌਤੀਆਂ ਜਾਂ ਜਬਰਨ ਜਿਹੜੀ ਰੰਗਦਾਰੀ ਵਸੂਲਣ ਦੇ ਬਹੁਤ ਸੇ ਐਸੇ ਮਾਮਲੇ ਤੇ ਸ਼ਿਕਾਇਤਾਂ ਸਾਹਮਣੇ ਆਣੀਆਂ ਸ਼ੁਰੂ ਹੋ ਚੁੱਕੀਆਂ ਸਨ ਤੇ ਮੋਗਾ ਦੇ ਵਿੱਚ ਬਿਜ਼ਨਸਮੈਨਾਂ ਦਾ ਕੰਮ ਕਰਨ ਵਾਲੇ ਲੋਕਾਂ ਦਾ ਰਹਿਣਾ ਮੁਸ਼ਕਲ ਹੋ ਚੁੱਕਾ ਸੀ ਉਹਨਾਂ ਹਾਲਾਤਾਂ ਦੇ ਵਿੱਚ ਇਸ ਪੂਰੇ ਮਾਮਲੇ ਨੂੰ ਬੇਸ਼ੱਕ ਇਸ ਦੇ ਵਿੱਚ OCU ਜਾਂ NIA ਵਰਗੀ ਯੂਨਿਟਸ ਇਨਵੋਲਵ ਹੋਈਆਂ ਲੇਕਿਨ ਬਾਅਦ ਦੇ ਵਿੱਚ ਮੋਗਾ ਸਥਾਨਕ ਪੁਲਿਸ ਨੇ ਤੇ ਉੱਥੋਂ ਦੇ SSP ਹਰਮਨਬੀਰ ਗਿੱਲ ਹੋਣਾ ਨੇ ਇਸ ਤਫਤੀਸ਼ ਨੂੰ ਇੱਕ ਸਿੱਟੇ ਤੱਕ ਪਹੁੰਚਾਇਆ ਕਹਾਣੀ ਬਹੁਤ ਹੀ ਜ਼ਿਆਦਾ ਅਜੀਬੋ-ਗਰੀਬ ਵੀ ਹੈ ਤੇ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲੀ ਵੀ ਹੈ ਅੱਖਾਂ ਖੋਲ ਦੇਣ ਵਾਲੀ ਵੀ ਇਹ ਪੂਰੀ ਕਹਾਣੀ ਹੈ ਇਹ ਗੱਲ ਹੈ ਉਸ ਗੈਂਗਸਟਰ ਦੀ ਜਿਸ ਦਾ ਨਾਮ ਸੀ ਸੁੱਖਾ ਸੁੱਖਾ ਲੰਮੇ ਗਰੁੱਪ ਉਸ ਨੂੰ ਕਿਹਾ ਜਾਂਦਾ ਸੀ ਤੁਹਾਨੂੰ ਯਾਦ ਹੋਏਗਾ ਸਾਲ 2020 ਤੇ 2021 ਦੇ ਵਿੱਚ ਐਸੀਆਂ ਬਹੁਤ ਸੀਆਂ ਵਾਰਦਾਤਾਂ ਮੋਗਾ ਜਗਰਾਉਂ ਆਸ-ਪਾਸ ਦੇ ਭਗਤਾ ਪਾਈ ਕੇ ਇਹਨਾਂ ਇਲਾਕਿਆਂ ਦੇ ਵਿੱਚ ਹੋਈਆਂ ਜਿਸ ਦੀ ਜ਼ਿੰਮੇਵਾਰੀ ਫੇਸਬੁੱਕਾਂ ਤੋਂ ਸੁੱਖਾ ਲੰਮੇ ਗਿੱਲ ਵੱਲੋਂ ਲਈਆਂ ਗਈਆਂ ਯਾਨੀ ਕਿ ਸੁੱਖਾ ਲੰਮੇ ਦੇ ਉਸ ਗਰੁੱਪ ਨੇ ਫੇਸਬੁੱਕਾਂ ਉੱਤੇ ਪੋਸਟਾਂ ਪਾ ਕੇ ਇਹਨਾਂ ਜ਼ਿੰਮੇਵਾਰੀਆਂ ਨੂੰ ਆਪਣੇ ਉੱਤੇ ਲਿਆ ਲੇਕਿਨ ਇੱਕ ਪ੍ਰੈਸ ਕਾਨਫਰੰਸ ਜਦੋਂ ਕਿ ਇਸੇ ਸਾਲ 2021 ਦੇ ਵਿੱਚ ਹੁੰਦੀ ਹੈ ਉਸ ਵਕਤ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੋਗਾ ਪੁਲਿਸ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਖੁਲਾਸਾ ਕਰਦੀ ਹੈ ਉਹ ਦੱਸਦੀ ਹੈ ਵੀ 27 ਜੂਨ 2020 ਨੂੰ ਯਾਨੀ ਕਿ ਉਹ ਦਿਨ ਜਾਂ ਉਹ ਤਾਰੀਖ ਜਿਸ ਤੋਂ ਬਾਅਦ ਇਹ तमाम ਵਾਰਦਾਤਾਂ ਹੋਈਆਂ ਮੋਗਾ ਦੇ ਵਿੱਚ ਕਈ ਜਿਹੜੇ ਵਪਾਰੀ ਸਨ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਸੋ ਇਹ ਜਿਹੜੀਆਂ ਸਾਰੀਆਂ ਵਾਰਦਾਤਾਂ ਜੋ ਕਿ ਜੂਨ 27 2020 ਤੋਂ ਬਾਅਦ ਹੋਈਆਂ ਹੁੰਦੀਆਂ ਨੇ ਇਹ ਸੁੱਖਾ ਲੰਮੇ ਨਾਂ ਦੇ ਗੈਂਗਸਟਰ ਦੇ ਨਾਂ ਉੱਤੇ ਕਬੂਲੀਆਂ ਜਾਂਦੀਆਂ ਨੇ ਇਹਨਾਂ ਵਾਰਦਾਤਾਂ ਦੀ ਜ਼ਿੰਮੇਵਾਰੀ ਇਹ ਗੈਂਗਸਟਰ ਆਪਣੇ ਫੇਸਬੁੱਕ ਪੇਜ ਤੋਂ ਲੈਂਦਾ ਹੈ ਲੇਕਿਨ ਜਦੋਂ ਇਸ ਸਾਲ 2020 ਦੇ ਵਿੱਚ ਮੋਗਾ ਪੁਲਿਸ ਇੱਕ ਵੱਡਾ ਖੁਲਾਸਾ ਕਰਦੀ ਹੈ ਉਸ ਵਿੱਚ ਸਭ ਤੋਂ ਜ਼ਿਆਦਾ ਚੌਂਕਾ ਦੇਣ ਵਾਲਾ ਤੱਥ ਇਹ ਹੁੰਦਾ ਹੈ ਸੁੱਖਾ ਲੰਮੇ ਗਿੱਲ ਜਿਹੜਾ ਹੈ ਉਸ ਦੀ ਮੌਤ ਹੋਈ ਨੂੰ ਤਕਰੀਬਨ 1 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਾ ਹੁੰਦਾ ਹੈ 27 ਜੂਨ ਸਾਲ 2020 ਨੂੰ ਸੁੱਖਾ ਲੰਮੇ ਗਿੱਲ ਨੂੰ ਮਾਰ ਕੇ ਉਸ ਦਾ ਸਿਰ ਉਸ ਦੇ ਧੜ ਤੋਂ ਅਲੱਗ ਕਰਤਾ ਜਾਂਦਾ ਹੈ ਉਸ ਨੂੰ ਡਿਸਫਿਗਰ ਕਰਕੇ ਉਹਦੇ ਚਿਹਰੇ ਨੂੰ ਸਾੜ ਕੇ ਦੌਦਰ ਨਦੀ ਦੇ ਵਿੱਚ ਉਸ ਦੀ ਲਾਸ਼ ਨੂੰ ਉਸ ਦੇ ਧੜ ਨੂੰ ਸਿੱਟਤਾ ਜਾਂਦਾ ਹੈ ਬਹਾਤਾ ਜਾਂਦਾ ਹੈ ਇੱਕ ਬਹੁਤ ਵੱਡੀ ਅਪਰਾਧਿਕ ਘਟਨਾ ਸੀ ਤੇ ਉਸ ਤੋਂ ਬਾਅਦ ਇਸ ਮੌਤ ਤੋਂ ਬਾਅਦ ਇਸ ਕਤਲ ਤੋਂ ਬਾਅਦ ਸੁੱਖਾ ਲੰਮੇ ਗਿੱਲ ਤੇ ਉਸ ਦੇ ਸੋਸ਼ਲ ਮੀਡੀਆ ਪ੍ਰੋਫਾਈਲ ਤੇ ਫੇਸਬੁੱਕਾਂ ਤੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਰਦਾਤ ਦੀ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਅਤੇ ਉਹਨਾਂ ਹੀ ਫੇਸਬੁੱਕ ਪੋਸਟਾਂ ਦੇ ਜ਼ਰੀਏ ਕੁਝ ਨੰਬਰਾਂ ਤੋਂ ਆਉਣ ਵਾਲੇ ਫੋਨਾਂ ਦੇ ਜਵਾਬ ਦੇ ਵਿੱਚ ਫਿਰੌਤੀਆਂ ਜਾਂ ਰੰਗਦਾਰੀ ਵਸੂਲਣ ਦਾ ਜਿਹੜਾ ਇੱਕ ਕਾਰੋਬਾਰ ਹੁੰਦਾ ਹੈ ਉਹ ਵੀ ਮੋਗੇ ਦੇ ਇਲਾਕੇ ਵਿੱਚ ਸ਼ੁਰੂ ਹੋ ਜਾਂਦਾ ਹੈ ਬਹੁਤ ਵੱਡਾ ਇੱਕ ਨੈਟਵਰਕ ਤੇ ਬਹੁਤ ਵੱਡੀ ਇੱਕ ਸਾਜ਼ਿਸ਼ ਦੇ ਤਹਿਤ ਇਸ ਸਭ ਨੂੰ ਕੀਤਾ ਜਾਂਦਾ ਹੈ ਸੋ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਵੀ ਮੋਗਾ ਪੁਲਿਸ ਤੇ ਉੱਥੋਂ ਦੇ SSP ਹਰਮਨਬੀਰ ਗਿੱਲ ਜਿਨ੍ਹਾਂ ਨੇ ਕਿ ਵਿਅਕਤੀਗਤ ਤੌਰ ਤੇ ਇਸ ਪੂਰੇ ਮਾਮਲੇ ਦੇ ਵਿੱਚ ਖੁਦ ਇਨਵੋਲਵ ਹੋ ਕੇ ਖੁਦ ਉਹ ਸਰਵੇਲਾਂਸ ਡਿਜੀਟਲ ਸਰਵੇਲਾਂਸ ਸੋਸ਼ਲ ਮੀਡੀਆ ਉੱਤੇ ਉਹਨਾਂ तमाम ਗੈਂਗਸਟਰਸ ਦੀ ਲਿੰਕੇजेस ਨੂੰ ਲੱਭ ਕੇ ਇਸ ਕੇਸ ਦੀ ਜਿਹੜੀ ਗੁੱਥੀ ਸੀ ਉਸ ਨੂੰ ਸੁਲਝਾਉਣ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਈ ਤੇ ਉਸ ਤੋਂ ਬਾਅਦ ਇਸ ਕੇਸ ਨੂੰ NIA ਨੂੰ ਟ੍ਰਾਂਸਫਰ ਕੀਤਾ ਗਿਆ ਕਿਉਂਕਿ ਇਹ ਟਾਰਗੇਟਡ ਕਿਲਿੰਗਸ ਦਾ ਵੀ ਇੱਕ ਕੇਸ ਬਹੁਤ ਵੱਡਾ ਮਨੋਹਰ ਲਾਲ ਦੀ ਜਿਹੜੀ ਹੱਤਿਆਕਾਂਡ ਸੀ ਉਹ ਵੀ ਇਸ ਦੇ ਵਿੱਚ ਆਂਦਾ ਸੀ ਲੇਕਿਨ ਇਸ ਕੇਸ ਦੀ ਜਿਹੜੀ ਗੁੱਥੀ ਸੁਲਝਣੀ ਐਡੀ ਸੌਖੀ ਨਹੀਂ ਸੀ ਇੱਕ ਬਹੁਤ ਵੱਡਾ ਚੁਣੌਤੀ ਭਰਿਆ ਕੇਸ ਸੀ ਕਿਉਂਕਿ ਕਹਾਣੀ ਬਹੁਤ ਉਲਝੀ ਹੋਈ ਸੀ ਤੇ ਇਸ ਦੀ ਜਿਹੜੀ ਸਾਜ਼ਿਸ਼ ਸੀ ਕਨਸਪੀਰੇਸੀ ਸੀ ਉਸ ਨੂੰ ਇੱਕ ਬਹੁਤ ਹੀ ਵੱਖਰੇ ਤਰੀਕੇ ਨਾਲ ਅੰਜਾਮ ਦਿੱਤਾ ਗਿਆ ਸੀ ਇਸ ਪੂਰੇ ਕਨਸਪੀਰੇਸੀ ਜਾਂ ਸਾਜ਼ਿਸ਼ ਦਾ ਮੇਨ ਜਿਹੜਾ ਕੈਰੈਕਟਰ ਹੈ ਉਹ ਹੈ ਅਰਸ਼ਦੀਪ ਸਿੰਘ ਯਾਨੀ ਕਿ ਅਰਸ਼ਦੀਪ
ਜਿਸ ਨੂੰ ਅਰਸ਼ ਡੱਲਾ ਨਾਂ ਤੋਂ ਵੀ ਜਾਣਿਆ ਜਾਂਦਾ ਹੈ। ਮੋਗੇ ਦੇ ਲਾਗੇ ਪਿੰਡ ਡੱਲਾ ਦਾ ਰਹਿਣ ਵਾਲਾ ਸੀ। ਅਰਸ਼ਦੀਪ ਡੱਲਾ ਤੋਂ ਤਕਰੀਬਨ 2 ਸਾਲ ਪਹਿਲਾਂ ਰਮਨਦੀਪ ਜੱਜ ਨਾਂ ਦਾ ਇੱਕ ਹੋਰ ਜਿਹੜਾ ਗੈਂਗਸਟਰ ਸੀ ਉਹ ਵੀ ਕੈਨੇਡਾ ਦੇ ਵਿੱਚ ਵਸਿਆ ਹੋਇਆ ਸੀ ਤੇ ਇਹ ਦੋਵਾਂ ਨੂੰ ਕੈਨੇਡਾ ਵਿੱਚ ਲਿਜਾ ਕੇ ਵਸਾਉਣ ਵਾਲਾ ਇੱਕ ਹੋਰ ਜਿਹੜਾ ਕੈਰੈਕਟਰ ਸੀ ਉਹ ਸੀ ਰਿੰਕੂ ਬੀਲਾ ਜੋ ਕਿ ਧਰੂਵ ਦੌਦਰ ਅਤੇ ਲੈਂਬੜ ਹੋਣਾ ਦੇ ਗਰੁੱਪ ਦੇ ਇਹ ਸਾਰੇ ਗੈਂਗਸਟਰ ਮੰਨੇ ਜਾਂਦੇ ਹੈਗੇ ਨੇ। ਸੋ ਇਹ ਸਮਝਿਆ ਗਿਆ ਵੀ 2013-14 ਦੇ ਵਿੱਚ ਜਿਹੜਾ ਰਿੰਕੂ ਬੀਲਾ ਸੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਬਾਹਰ ਜਾ ਕੇ ਕੈਨੇਡਾ ਵਿੱਚ ਜਾ ਵਸਿਆ। ਇਹ ਸਮਝਿਆ ਜਾਂਦਾ ਵੀ ਉਸ ਵਕਤ ਸ਼ਾਇਦ ਉਹ ਬੇਲ ਦੇ ਵਿੱਚ ਵੀ ਸੀ। ਇੱਕ ਪਹਿਲਾਂ ਆਪਣੀ ਰਿਪੋਰਟ ਦੇ ਦੌਰਾਨ ਵੀ ਮੈਂ ਇਹ ਜ਼ਿਕਰ ਕੀਤਾ ਹੈ। ਲੇਕਿਨ ਧਰੂਵ ਦੌਦਰ ਜਿਹੜਾ ਗੈਂਗ ਜੋ ਕਿ ਪੰਜਾਬ ਦੇ ਵਿੱਚ ਆਪਰੇਟ ਕਰਦਾ ਸੀ ਉਸ ਦੇ ਲਾਈਨ ਦੇ ਵਿੱਚ ਜਾਂ ਉਸ ਦੀ ਅਗਲੇ ਨੈਟਵਰਕ ਦੇ ਵਿੱਚ ਇਹ ਸਾਰੇ ਲੋਕ ਆਉਂਦੇ ਸਨ। ਇਸੀ ਲੜੀ ਦੇ ਵਿੱਚ ਅਰਸ਼ਦੀਪ ਡੱਲਾ ਜਿਹੜਾ ਹੈ ਯਾਨੀ ਕਿ ਅਰਸ਼ ਡੱਲਾ ਜਿਸ ਨੂੰ ਮੰਨਿਆ ਜਾਂਦਾ ਹੈ ਇਸ ਪੂਰੀ ਕਹਾਣੀ ਤੇ ਸਾਜ਼ਿਸ਼ ਦਾ ਸੂਤਰਧਾਰ ਜੋ ਹੈ ਉਹ ਕੈਨੇਡਾ ਦੇ ਵਿੱਚ ਜਾ ਕੇ ਇੱਕ ਐਸੀ ਸਾਜ਼ਿਸ਼ ਰਚਦਾ ਹੈ ਜਿਸ ਦੇ ਤਹਿਤ ਉਸਨੇ ਆਉਣ ਵਾਲੇ 1 ਸਾਲ ਦੇ ਵਿੱਚ ਇੱਕ ਐਸਾ ਨੈਟਵਰਕ ਖੜਾ ਕਰਨਾ ਹੁੰਦਾ ਹੈ, ਇੱਕ ਐਸਾ ਗੈਂਗ ਪੰਜਾਬ ਦੇ ਵਿੱਚ ਖੜਾ ਕਰਨਾ ਹੁੰਦਾ ਹੈ ਜਿਸ ਨੂੰ ਉਸਨੇ ਕਿਸੇ ਹੋਰ ਗੈਂਗਸਟਰ ਦੇ ਨਾਂ ਉੱਤੇ ਚਲਾਉਣਾ ਹੁੰਦਾ ਹੈ। ਸੋ ਇਸ ਲਈ ਉਸ ਵੱਲੋਂ ਤਾੜਿਆ ਜਾਂਦਾ ਹੈ ਸੁੱਖਾ ਲੰਮੇ ਨੂੰ। ਸੁੱਖਾ ਲੰਮੇ ਜੋ ਕਿ ਧਰੂਵ ਦੌਦਰ ਦੇ ਗੈਂਗ ਦੇ ਜਾਂ ਨੈਟਵਰਕ ਦੇ ਵਿੱਚ ਹੁੰਦਾ ਹੈ। ਕੋਈ ਇਹ ਵੱਡਾ ਗੈਂਗਸਟਰ ਨਹੀਂ ਹੁੰਦਾ। ਮਾਰ ਕੁਟਾਈਆਂ ਦੇ ਵਿੱਚ ਇਸ ਦਾ ਨਾਂ ਪਹਿਲਾਂ ਆਇਆ ਹੁੰਦਾ ਹੈ। ਇੱਕ ਅਪਰਾਧਿਕ ਕੇਸ ਹੋਇਆ ਹੁੰਦਾ ਹੈ। ਲੰਮੇ ਜੱਟਪੁਰ ਦਾ ਕੇਸ ਹੁੰਦਾ ਹੈ। ਲੁਧਿਆਣਾ ਜ਼ਿਲ੍ਹੇ ਦਾ ਇੱਕ ਪਿੰਡ ਹੈ ਜਿਸ ਵਿੱਚ ਕਿ ਇੱਕ ਲੜਾਈ ਦੇ ਦੌਰਾਨ ਇੱਕ ਮਾਨ ਸਿੰਘ ਨਾਂ ਦਾ ਇੱਕ ਬੰਦਾ ਹੁੰਦਾ ਹੈ ਜਿਸ ਦੇ ਨਾਲ ਇਹਦਾ ਝਗੜਾ ਹੁੰਦਾ ਹੈ। ਸੋ ਸੁੱਖੇ ਲੰਮੇ ਅਤੇ ਮਾਨ ਸਿੰਘ ਦੇ ਇਸ ਝਗੜੇ ਦੇ ਵਿੱਚ ਦੋਵਾਂ ਦੇ ਉੱਤੇ ਪਰਚੇ ਦਰਜ ਹੋ ਜਾਂਦੇ ਨੇ। ਸੁੱਖਾ ਲੰਮੇ ਜਿਹੜਾ ਹੁੰਦਾ ਹੈ ਉਸ ਨੂੰ ਜੇਲ੍ਹ ਹੋ ਜਾਂਦੀ ਹੈ। ਉਸ ਦੀ ਜੇਲ੍ਹ ਦੇ ਦੌਰਾਨ ਹੀ ਜਿਹੜਾ ਅਰਸ਼ ਡੱਲਾ ਹੈ ਉਹ ਕੈਨੇਡਾ ਤੋਂ ਵਾਪਸ ਆਉਂਦਾ ਹੈ। ਜਿਸ ਦਿਨ ਸੁੱਖਾ ਲੰਮੇ ਨੂੰ ਬੇਲ ਮਿਲਦੀ ਹੈ ਤੇ ਬੇਲ ਉੱਤੇ ਉਸਨੇ ਬਾਹਰ ਆਉਣਾ ਹੁੰਦਾ ਹੈ ਉਸ ਦਿਨ ਅਰਸ਼ਦੀਪ ਜਿਸ ਦਾ ਕਿ ਪਹਿਲਾਂ ਹੀ ਸੁੱਖੇ ਲੰਮੇ ਦੇ ਨਾਲ ਜੇਲ੍ਹ ਦੇ ਵਕਤਾਂ ਦੇ ਦੌਰਾਨ ਤੋਂ ਹੀ ਫੇਸਬੁੱਕ ਦੇ ਜ਼ਰੀਏ ਕੰਟੈਕਟ ਹੋ ਚੁੱਕਾ ਹੁੰਦਾ ਹੈ। ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦਾ ਆਪਸ ਵਿੱਚ ਰਾਬਤਾ ਬਣ ਚੁੱਕਾ ਹੁੰਦਾ ਹੈ। ਇਹ ਦੋਵਾਂ ਵੱਲੋਂ ਇੱਕ ਪਲੈਨਿੰਗ ਕੀਤੀ ਜਾਂਦੀ ਹੈ ਵੀ ਆਪਾਂ ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਗੈਂਗ ਹੈ ਉਹ ਖੜਾ ਕਰੀਏ। ਇਸ ਦਾ ਇੱਕ ਵੱਡਾ ਕਾਰਨ ਇਹ ਵੀ ਹੁੰਦਾ ਵੀ ਸੁੱਖਾ ਲੰਮੇ ਜਦੋਂ ਇਸ ਮਾਰ ਕੁਟਾਈ ਦੇ ਝਗੜੇ ਵਿੱਚ ਕਿਉਂਕਿ ਉਸ ਉੱਤੇ ਕੋਈ ਹੋਰ ਵੱਡਾ ਸੀਰੀਅਸ ਕੇਸ ਨਹੀਂ ਸੀ ਇਸ ਕੇਸ ਦੇ ਵੀ ਜਦੋਂ ਸੁੱਖਾ ਲੰਮੇ ਜੇਲ੍ਹ ਦੇ ਵਿੱਚ ਜਾਂਦਾ ਹੈ ਜੇਲ੍ਹ ਵਿੱਚੋਂ ਬੰਦ ਹੁੰਦਾ ਹੈ ਧਰੂਵ ਦੌਦਰ ਵੱਲੋਂ ਉਸ ਨੂੰ ਕੋਈ ਵੀ ਸਪੋਰਟ ਨਹੀਂ ਮਿਲਦੀ। ਸੁੱਖਾ ਲੰਮੇ ਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੁੰਦੀ ਹੈ ਵੀ ਉਸ ਨੂੰ ਕੋਈ ਸਪੋਰਟ ਚਾਹੀਦੀ ਹੈ ਉਸ ਨੂੰ ਕੋਈ ਬੈਕਿੰਗ ਚਾਹੀਦੀ ਹੈ ਜਿਸ ਲਈ ਕਿ ਉਹ ਧਰੂਵ ਦੌਦਰ ਉੱਤੇ ਨਿਰਭਰ ਕਰ ਰਿਹਾ ਹੁੰਦਾ ਹੈ। ਲੇਕਿਨ ਧਰੂਵ ਦੌਦਰ ਜਿਹੜਾ ਹੁੰਦਾ ਉਹਨੂੰ ਜ਼ਿਆਦਾ ਸਪੋਰਟ ਨਹੀਂ ਕਰਦਾ ਜਿਸ ਤੋਂ ਬਾਅਦ ਕਿ ਅਰਸ਼ ਜਿਹੜਾ ਡੱਲਾ ਹੁੰਦਾ ਜੋ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਇਨ ਟੱਚ ਹੁੰਦਾ ਹੈ ਇਹਨਾਂ ਸਭ ਦੇ ਆਪਸ ਦੇ ਵਿੱਚ ਰਾਬਤੇ ਹੋ ਰਹੇ ਹੁੰਦੇ ਹੈ। ਉਸ ਦਾ ਜਿਹੜਾ ਤਾਲਮੇਲ ਤੇ ਸੰਪਰਕ ਹੁੰਦਾ ਹੈ ਉਹ ਸੁੱਖਾ ਲੰਮੇ ਨਾਲ ਹੁੰਦਾ ਹੈ। ਦੋਵਾਂ ਦੀ ਆਪਸ ਦੇ ਵਿੱਚ ਇੱਕ ਵਿਉਂਤਬੰਦੀ ਬਣਦੀ ਹੈ ਵੀ ਪੰਜਾਬ ਦੇ ਵਿੱਚ ਇੱਕ ਨਵਾਂ ਗੈਂਗ ਇਸ ਇਲਾਕੇ ਦੇ ਵਿੱਚ ਉਹ ਸ਼ੁਰੂ ਕਰਨਗੇ ਕਿਉਂਕਿ ਸੁੱਖੇ ਲੰਮੇ ਨੂੰ ਵੀ ਉਸ ਦੀ ਸਪੋਰਟ ਦੀ ਲੋੜ ਹੁੰਦੀ ਹੈ। ਇਸ ਤੋਂ ਬਾਅਦ ਜਿਸ ਦਿਨ ਬੇਲ ਹੁੰਦੀ ਹੈ ਸੁੱਖਾ ਲੰਮੇ ਜੇ ਬੇਲ ਲੈ ਕੇ ਜਦੋਂ ਵਾਪਸ ਜੇਲ੍ਹ ਤੋਂ ਬਾਹਰ ਆਉਂਦਾ ਹੈ ਉਸ ਵਕਤ ਉਸ ਨੂੰ ਅਰਸ਼ ਡੱਲੇ ਵੱਲੋਂ ਰਿਸੀਵ ਕੀਤਾ ਜਾਂਦਾ ਹੈ। ਅਰਸ਼ ਡੱਲਾ ਦੀ ਇੱਕ ਬਹੁਤ ਵੱਡੀ ਪਲੈਨਿੰਗ ਹੁੰਦੀ ਹੈ ਉਸ ਦੀ ਸਾਜ਼ਿਸ਼ ਦਾ ਇੱਕ ਹਿੱਸਾ ਹੁੰਦਾ ਹੈ। ਇਸ ਪੂਰੀ ਜਿਹੜੀ ਆਉਣ ਵਾਲੇ ਕੁਝ ਘੰਟਿਆਂ ਦੀ ਅਗਲੀ ਗਤੀਵਿਧੀ ਹੁੰਦੀ ਹੈ ਇਹ ਸਭ ਚੀਜ਼ ਅਚਨਚੇਤ ਹੋਣ ਵਾਲੀ ਗੱਲਬਾਤ ਨਹੀਂ ਹੁੰਦੀ ਬਲਕਿ ਇੱਕ ਲੰਬੀ ਚੌੜੀ ਕੌਂਸਪੀਰੇਸੀ ਤਹਿਤ ਇਹ ਸਾਰਾ ਕੰਮ ਕੀਤਾ ਜਾਣਾ ਹੁੰਦਾ ਹੈ। ਅਰਸ਼ਦੀਪ ਡੱਲਾ ਜਿਹੜਾ ਹੁੰਦਾ ਹੈ ਸੁੱਖਾ ਲੰਮੇ ਨੂੰ ਲੈ ਕੇ ਉਕਸਾਉਂਦਾ ਹੈ। ਉਸ ਵਕਤ ਇਹ ਮਾਨ ਸਿੰਘ ਜਿਸ ਦੇ ਨਾਲ ਉਹਦਾ ਝਗੜਾ ਹੁੰਦਾ ਹੈ ਉਸ ਦੇ ਘਰ ਜਾ ਕੇ ਉਸ ਦੇ ਘਰ ਦੇ ਬਾਹਰ ਉਸ ਵੱਲੋਂ ਫਾਇਰਿੰਗ ਕਰਵਾਉਂਦਾ ਹੈ। ਸੁੱਖਾ ਲੰਮੇ ਜੋ ਕਿ ਬੇਲ ਉੱਤੇ ਕੁਝ ਹੀ ਘੰਟੇ ਪਹਿਲਾਂ ਜੇਲ੍ਹ ਵਿੱਚੋਂ ਬਾਹਰ ਆਇਆ ਹੁੰਦਾ ਹੈ ਉਸ ਦਾ ਦਿਮਾਗ ਇੰਨਾ ਨਹੀਂ ਚੱਲਦਾ ਵੀ ਜੇਲ੍ਹ ਵਿੱਚੋਂ ਬਾਹਰ ਆਉਂਦੇ ਹੀ ਉਸ ਨੂੰ ਕੋਈ ਸ਼ਖਸ ਮਾਨ ਸਿੰਘ ਦੇ ਘਰ ਦੇ ਉੱਤੇ ਫਾਇਰਿੰਗ ਕਰਵਾਉਣ ਲਈ ਕਿਉਂ ਉਕਸਾ ਰਿਹਾ ਹੈ। ਲੇਕਿਨ ਇਹ ਅਰਸ਼ ਡੱਲੇ ਦੀ ਪੂਰੀ ਪਲੈਨਿੰਗ ਹੁੰਦੀ ਹੈ। ਉਸ ਨੂੰ ਲਿਜਾਂਦਾ ਤੇ ਰਾਤ ਨੂੰ ਦੋਵੇਂ ਜਾ ਕੇ ਇਹਦੇ ਨਾਲ ਕੁਝ ਹੋਰ ਸਾਥੀ ਹੁੰਦੇ ਨੇ। ਸੋ ਅਰਸ਼ ਡੱਲਾ ਅਤੇ ਸੁੱਖਾ ਲੰਮੇ ਮਾਨ ਦੇ ਘਰ ਦੇ ਬਾਹਰ ਲੰਮੇ ਜੱਟਪੁਰ ਪਿੰਡ ਦੇ ਵਿੱਚ ਫਾਇਰਿੰਗ ਕਰਦੇ ਨੇ ਗੋਲੀਆਂ ਚਲਾ ਕੇ ਉੱਥੋਂ ਨਿਕਲ ਜਾਂਦੇ ਨੇ ਫਰਾਰ ਹੋ ਜਾਂਦੇ ਨੇ। ਇਸ ਤੋਂ ਬਾਅਦ ਅਰਸ਼ ਡੱਲੇ ਵੱਲੋਂ ਇਸ ਚੀਜ਼ ਲਈ ਉਕਸਾਇਆ ਫਿਰ ਜਾਂਦਾ ਹੈ ਸੁੱਖੇ ਲੰਮੇ ਨੂੰ ਤਾਂ ਕਿ ਉਹ ਜਾ ਕੇ ਫੇਸਬੁੱਕ ਉੱਤੇ ਆਪਣੀ ਪੋਸਟ ਪਾਏ ਉਸ ਵੀਡੀਓ ਦੇ ਵਿੱਚ ਇਸ ਪੂਰੀ ਵਾਰਦਾਤ ਦੀ ਜਿਸ ਦੇ ਤਹਿਤ ਕਿ ਉਹਨਾਂ ਨੇ ਗੋਲੀਆਂ ਚਲਾਈਆਂ ਹੁੰਦੀਆਂ ਨੇ ਉਸ ਦੀ ਜ਼ਿੰਮੇਵਾਰੀ ਲਏ ਤੇ ਇਹੀ ਸੁੱਖਾ ਲੰਮੇ ਕਰਦਾ ਵੀ ਹੈ। ਸੋ ਸੁੱਖਾ ਲੰਮੇ ਆਪਣੇ ਸੋਸ਼ਲ ਮੀਡੀਆ ਪੋਸਟ ਤੋਂ ਇਸ ਪੂਰੀ ਵਾਰਦਾਤ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ। ਇਸ ਤੋਂ ਬਾਅਦ ਪਿੰਡ ਡੱਲੇ ਦੇ ਵਿੱਚ ਉਹ ਰਾਤ ਰਹਿੰਦੇ ਨੇ ਜਿਸ ਦੌਰਾਨ ਸੁੱਖੇ ਲੰਮੇ ਨੂੰ ਖਾਣੇ ਦੇ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਕੇ ਦਿੱਤਾ ਜਾਂਦਾ ਹੈ। ਸੁੱਖੇ ਲੰਮੇ ਦੀ ਜਿਹੜੀ ਮੌਤ ਹੈ ਉਹ ਨਾਲ ਦੇ ਨਾਲ ਹੋ ਜਾਂਦੀ ਹੈ। ਇਸ ਤੋਂ ਬਾਅਦ ਉਸ ਦਾ ਸਿਰ ਜਿਹੜਾ ਹੈ ਉਸ ਨੂੰ ਕੱਟਿਆ ਜਾਂਦਾ ਹੈ ਉਸ ਨੂੰ ਧੜ ਤੋਂ ਅਲੱਗ ਕੀਤਾ ਜਾਂਦਾ ਹੈ ਡਿਸਫਿਗਰ ਕੀਤਾ ਜਾਂਦਾ ਹੈ ਸਾੜ ਕੇ ਉਸ ਦੇ ਧੜ ਨੂੰ ਜਿਹੜਾ ਹੈ ਦੌਦਰ ਜਿਹੜੀ ਨਹਿਰ ਹੁੰਦੀ ਹੈ ਉਸ ਦੇ ਵਿੱਚ ਸਿੱਟਤਾ ਜਾਂਦਾ ਹੈ। ਸੁੱਖੇ ਲੰਮੇ ਨੂੰ ਐਲੀਮੀਨੇਟ ਕਰਤਾ ਗਿਆ ਹੁੰਦਾ ਹੈ ਉਸ ਦਾ ਨਾਮੋ ਨਿਸ਼ਾਨ ਮਿਟਾਤਾ ਗਿਆ ਹੁੰਦਾ ਹੈ। ਉਸ ਦਾ ਮੋਬਾਈਲ ਉਸ ਦੀਆਂ ਆਈਡੀਆਂ ਉਸ ਦੇ ਫੇਸਬੁੱਕ ਜਾਂ ਸੋਸ਼ਲ ਮੀਡੀਆ ਦੇ ਜਿਹੜੇ ਹੈਂਡਲ ਹੁੰਦੇ ਨੇ ਉਹਨਾਂ ਦਾ ਜਿਹੜਾ ਐਕਸੈਸ ਹੁੰਦਾ ਹੈ ਉਹ ਅਰਸ਼ ਡੱਲੇ ਦੇ ਹੱਥ ਵਿੱਚ ਆ ਚੁੱਕਾ ਹੁੰਦਾ ਹੈ ਤੇ ਉਸ ਤੋਂ ਬਾਅਦ ਉਹ ਤੇ ਉਸ ਦੇ ਹੋਰ ਕੁਝ ਸਾਥੀ ਮਿਲ ਕੇ ਉਸ ਪੂਰੇ ਸੋਸ਼ਲ ਮੀਡੀਆ ਦੀ ਵਰਤੋਂ ਆਪਣੇ ਮੁਫਾਦਾਂ ਲਈ ਕਰਨ ਦਾ ਪਲਾਨ ਪਹਿਲਾਂ ਹੀ ਕਰ ਚੁੱਕੇ ਹੁੰਦੇ ਨੇ।
ਇਸ ਦੌਰਾਨ ਕੁਝ ਹੀ ਦਿਨਾਂ ਦੇ ਵਿੱਚ ਅਰਸ਼ ਡੱਲਾ ਜਿਹੜਾ ਹੈ ਉਹ ਪੰਜਾਬ ਛੱਡ ਕੇ ਵਾਪਸ ਕੈਨੇਡਾ ਦੇ ਵਿੱਚ ਪਹੁੰਚ ਜਾਂਦਾ ਹੈ, ਜਿੱਥੋਂ ਕਿ ਉਹ ਹੁਣ ਉਸ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਸ਼ੁਰੂ ਕਰਦਾ ਹੈ। ਪਹਿਲੀ ਵੱਡੀ ਵਾਰਦਾਤ ਜੋ ਕਿ ਸੁੱਖੇ ਲੰਮੇ, ਜਿਸ ਦੀ ਕਿ ਮੌਤ ਉਸ ਵਕਤ ਹੋ ਚੁੱਕੀ ਹੁੰਦੀ ਹੈ, ਉਸ ਦੇ ਨਾਂ ਉੱਤੇ ਉਸ ਦੀ ਜ਼ਿੰਮੇਵਾਰੀ ਜਿਹੜੀ ਕਬੂਲੀ ਜਾਂਦੀ ਹੈ ਉਹ ਹੁੰਦੀ ਹੈ ਮੋਗਾ ਦੇ ਵਿੱਚ ਸੁਪਰ ਸ਼ਾਈਨ ਨਾਂ ਦੇ ਇੱਕ ਜੁੱਤਿਆਂ ਦੇ ਇੱਕ ਬਹੁਤ ਵੱਡੇ ਵਪਾਰੀ ਦਾ ਹੱਤਿਆਕਾਂਡ। ਤੇਜਿੰਦਰ ਪਿੰਕਾ ਇਸ ਦਾ ਨਾਂ ਦੱਸਿਆ ਜਾਂਦਾ ਹੈ, ਜਿਸ ਨੂੰ ਕਿ ਸ਼ਰੇਆਮ ਉਸ ਦੇ ਸ਼ੋਰੂਮ ਦੇ ਬਾਹਰ ਗੋਲੀਆਂ ਮਾਰ ਕੇ ਜਿਹੜੇ ਗੈਂਗਸਟਰ ਹੁੰਦੇ ਨੇ, ਸ਼ਾਰਪ ਸ਼ੂਟਰ ਹੁੰਦੇ ਨੇ, ਜੋ ਕਿ ਆਪਣੇ ਆਪ ਨੂੰ ਦੱਸਦਾ ਸੁੱਖਾ ਲੰਮੇ ਦਾ ਗੈਂਗ ਰਹੇ ਹੁੰਦੇ ਨੇ, ਲੇਕਿਨ ਅਸਲ ਦੇ ਵਿੱਚ ਉਹ ਅਰਸ਼ਦੀਪ ਜਾਂ ਅਰਸ਼ ਡੱਲੇ ਦੇ ਬੰਦੇ ਹੁੰਦੇ ਨੇ। ਅਰਸ਼ਦੀਪ ਇਸ ਪੂਰੇ ਮਾਮਲੇ ਦੇ ਵਿੱਚ ਖੁਦ ਪਿਕਚਰ ਵਿੱਚ ਨਹੀਂ ਆਉਂਦਾ, ਕਿਉਂਕਿ ਫੇਸਬੁੱਕ ਦੇ ਉੱਤੇ ਜਿਹੜੀ ਉਸਨੇ ਸੁੱਖਾ ਲੰਮੇ ਗੈਂਗ ਦੀ ਇੱਕ ਪ੍ਰੋਫਾਈਲ ਬਣਾਈ ਹੁੰਦੀ ਹੈ, ਉਸ ਗੈਂਗ ਦੀ ਪ੍ਰੋਫਾਈਲ ਦੇ ਜ਼ਰੀਏ ਉਸ ਵੱਲੋਂ ਐਲਾਨ ਪਹਿਲਾਂ ਹੀ ਕਰਤਾ ਜਾਂਦਾ ਵੀ ਇਸ ਪ੍ਰੋਫਾਈਲ ਤੋਂ ਜਾਂ ਸੁੱਖੇ ਲੰਮੇ ਦੇ ਗੈਂਗ ਵੱਲੋਂ ਪ੍ਰਭਵੀਰ ਸਿੰਘ ਨਾਂ ਦਾ ਇੱਕ ਨੌਜਵਾਨ ਹੈ, ਇੱਕ ਗੈਂਗਸਟਰ ਹੈ, ਉਹੀ ਸਭ ਨਾਲ ਸੰਪਰਕ ਕਰੇਗਾ। ਜਦਕਿ ਪ੍ਰਭਵੀਰ ਸਿੰਘ ਨਾਂ ਦਾ ਕੋਈ ਵੀ ਸ਼ਖਸ ਨਹੀਂ ਹੁੰਦਾ। ਪ੍ਰਭਵੀਰ ਸਿੰਘ ਬਣ ਕੇ खुद अर्श डल्ला बहुत से ऐसे नौजवानों के नाल संपर्क ते राबता कायम करता है। बहुत से ऐसे नौजवान हैगे ने जिन्हां दी जिहड़ी रिक्रूटमेंट हैगी है अंडरवर्ल्ड दे विच, गैंग्स दे विच, ਉਹ फेसबुकां दे जरिए ही शुरू हुंदी है। अक्सर फेसबुकां दे विच जदों कोई भी वड्डे गैंगस्टर दा कोई प्रोफाइल बनता है तो बहुत से ऐसे वेले नौजवान हैगे ने या फिर ऐसे भटके हुए नौजवान हुंदे ने जो कि कुछ ना कुछ वारदात करना चाहते हैं या फिर अपने आप नूं किसी ना किसी वड्डे ग्रुप दे नाल जोड़ के दर्शाउणा चाहते हैं या फिर उन्होंने इस चीज़ तरीके के पैसे की लोड़ होंदी है जो कि कॉन्ट्रैक्ट किलिंग्स या इस किस्म की वारदातों के विच कमाया जा सकता है। वो लोग इन्हां फेसबुक सोशल पोस्टां के उत्ते ही संपर्क ते राबता करते हैं। सो यही काम अर्श डल्ला वालों कैनेडा की धरती तो बैठ के लगातार किया जाता रहा तो बहुत से जोड़े लोग सन वो अपने गैंग दे विच शामिल कर ले गए। ग्राउंड लैवल के उत्ते मोगे दे विच या पंजाब दे विच उसदे 3 मेन ऑपरेटिव सन जो कि जानते सन कि ये जिहड़ा पूरा दा पूरा गैंग है वो अर्श डल्ला वालों चलाया जा रहा है। लेकिन इस तो इलावा जो भी लोग सोशल मीडिया उत्ते फेसबुक उत्ते जिन्ने भी छोटे मोटे गैंगस्टर या क्रिमिनल सन जिन्हां ने भी ਵੱਖ-ਵੱਖ वारदातां दे विच बाद दे विच इन्हां लई काम करना हुंदा है या करना सी, उन्हां नूं बिल्कुल ये आइडिया नहीं सी। उन्हां दे हिसाब दे नाल ये पूरा दा पूरा गैंग सुखे लम्मे गिल दा गैंग है जो कि हुण तक मर चुका हुंदा है। इस चीज़ की जानकारी किसी नूं नहीं हुंदी, ना ही पुलिस नूं ते ना ही उसदे परिवार नूं भी। सो आने वाले दिनों के विच वारदातां हुंदियां ने। 14 जुलाई नूं ये जिहड़ा सुपर शाइन शू स्टोर हुंदा है, इस दे मालक नूं गोली मारती जाती है। उस तो बाद नवंबर दे विच एक होर वड्डी वारदात हुंदी है जो कि भगता पाईके हुंदी है, जिथे कि डेरा सच्चा सौदा का एक समर्थक हुंदा है जिमी नां दा एक ऐसा एक्यूज जो कि गुरुसर दे विच 2015 की बेअदबी की घटना जिहड़ी अक्तूबर दे विच होई सी उसका एक मुलजम हुंदा है। उस जिमी के पिता मनोहर लाल नूं जिसका कि फॉरन एक्सचेंज का काम हुंदा है, उसनूं भगता पाई के गोलियां मारियां जांदियां ते गोलियां जिहड़ियां उन्हां शार्प शूटर्स वालों चलाईयां जांदियां ने। 3 ऐसे शार्प शूटर हुंदे ने जिन्हां नूं कि अर्शदीप डल्ला सीधे तरीके नाल इस्तेमाल कर रहा हुंदा है, यूज़ कर रहा हुंदा है, लेकिन उन्हां दा कोई भी नामो निशान नहीं हुंदा, उन्हां दी कोई भी ऐसी क्रिमिनल प्रोफाइल किसी के सामने नहीं हुंदा ते इन्हां नूं बहुत ही तरीके नाल अर्श डल्ला ने रिक्रूट किया हुंदा है। इस तो इलावा बहुत सी ऐसियां वारदातां नूं वो कुछ ऐसे एनोनिमस शूटर्स तो भी अंजाम दवांदा है जिन्हां दा बिल्कुल ही रिकॉर्ड नहीं हुंदा या फिर बैंगलोर वर्गे एरियाज़ तो इलाकों तो ये लोग बुलाए जाते हैं जिन्हां विच कि एक जिहड़ा शार्प शूटर हुंदा है वो ऋषभ हुंदा है, जिसनूं कि बाद दे विच एक नरूला हस्पताल करके है जो कि मोगा दे नेड़े ही है। तो उस नरूला हस्पताल के मालक नूं उस तो फिरौती मंगी जाती है, उस तो रंगदारी मंगी जाती है। इहो जी रंगदारी दीयां बहुत सी वारदातां हुंदियां ने। कई ऐसे केसिस मोगा दे विच उन्हां दिनां दे विच रिपोर्ट होए जदों कि चंगे चंगे बिजनस मैन जिहड़े सन या फिर घराणे सन उन्हां वल्लों मोगा पुलिस नूं शिकायत की गई भी उन्हां तो इस तरीके दीयां फिरौतियां मंगियां जा रहीआं ने। सब तो वड्डी गल हुंदी है भी जिहड़ा सुपर शाइन स्टोर का मालक हुंदा है जिसनूं तेजिंदर पिंके नूं गोली मारी गई हुंदी है, उस तो कदे भी फिरौती नहीं मंगी गई हुंदी। ये पूरी वारदात जिहड़ी है कथित तौर पर सुखे लम्मे गिल ने जिसकी कि फेसबुक पोस्ट उत्ते जिम्मेवारी लई हुंदी है। इसका मनोरथ सिर्फ यही हुंदा भी उत्थे दे स्थानक व्यापारियों के विच एक दहशत क्रिएट करती जाए, यानी कि एक टैरर क्रिएट करता जाए, जिस तो बाद कि जे कदे भी रंगदारी वसूलनी होवे या फिर किसी तो भी एक्सटॉर्शन लई कोई कॉल जाए तो उस वल्लों ना करन दी हिम्मत ना होवे। सो ये जिहड़ा गैंग है ये अपना काम करना शुरू कर चुका हुंदा है। लेकिन नवंबर दे विच जदों मनोहर लाल डेरा सच्चा सौदा के समर्थक नूं मारिया जाता है, उस बिजनेसमैन नूं मारिया जाता है, उस तो बाद इस केस दे विच NIA अते OCU ऑर्गेनाइज क्राइम कंट्रोल यूनिट तफ्तीश दे विच शामिल हुंदे ने। लेकिन कुछ महीने हथ पैर मारन तो बाद उन्होंने भी कुछ नहीं लभदा, क्योंकि उस दौरान NIA ते OCU जो कि सुखा लम्मे जो खुद हुंदा है सुखा लम्मे जो मर चुका हुंदा है लेकिन एजेंसियां नूं उहदे बारे बिल्कुल नहीं पता हुंदा, उसकी पूरी भाल दे चक्कर विच वो गैंगस्टर ध्रुव दौदर नूं काफ़ी हद तक इंटैरोगेट करदे ने। ध्रुव दौदर तुहानूं दस दईए भी वो गैंगस्टर हुंदा है जो कि इन्हां सब दा
ਸਰਗਨਾ ਇੱਕ ਤਰੀਕੇ ਦਾ ਰਿਹਾ ਹੁੰਦਾ ਹੈ, ਲੇਕਿਨ ਉਸ ਨੂੰ ਇਹ ਨਹੀਂ ਪਤਾ ਹੁੰਦਾ ਵੀ ਅਰਸ਼ ਡੱਲਾ ਹੁਣ ਇੱਕ ਵੱਖਰਾ ਪੈਰਲਲ ਗੈਂਗ ਚਲਾ ਰਿਹਾ ਹੈ, ਜੋ ਕਿ ਉਹ ਆਪਣੇ ਨਾਂ ਤੇ ਨਹੀਂ ਬਲਕਿ ਸੁੱਖਾ ਲੰਮੇ ਦੇ ਨਾਂ ਤੇ ਚਲਾ ਰਿਹਾ ਹੈ, ਜੋ ਕਿ ਉਸ ਵੱਲੋਂ ਮਾਰ ਦਿੱਤਾ ਗਿਆ ਹੈ। ਸੋ ਇੱਕ ਬਹੁਤ ਹੀ ਵੱਡੀ ਇੱਕ ਪਹੇਲੀ ਹੁੰਦੀ ਹੈ। ਇਸੇ ਦੌਰਾਨ ਪ੍ਰਭਵੀਰ ਬਣ ਕੇ ਧਰੁਵ ਦੌਦਰ ਦੇ ਨਾਲ ਟੈਲੀਫੋਨ ਉੱਤੇ ਗੱਲਬਾਤ ਕੀਤੀ ਜਾਂਦੀ ਹੈ ਤੇ ਉਸ ਨੂੰ ਖੁਦ ਨੂੰ ਸੁੱਖਾ ਲੰਮੇ ਗਿੱਲ ਦੇ ਗਰੁੱਪ ਦਾ ਇੱਕ ਮੈਂਬਰ ਦੱਸ ਕੇ ਇੰਟਰੋਡਿਊਸ ਕਰਵਾਉਂਦਾ ਹੈ। ਖੁਦ ਅਰਸ਼ਦੀਪ ਜਿਹੜਾ ਹੈ ਉਹ ਇਹ ਫਿਲਟਰ ਲਗਾ ਕੇ ਇਹ ਕਾਲ ਕਰ ਰਿਹਾ ਹੁੰਦਾ ਹੈ। ਧਰੁਵ ਦੌਦਰ ਨੂੰ ਲੱਗਦਾ ਹੈ ਵੀ ਸ਼ਾਇਦ ਉਸਨੇ ਸੁੱਖੇ ਲੰਮੇ ਜਾਂ ਉਸ ਦੇ ਗਰੁੱਪ ਦੇ ਨਾਲ ਸੰਪਰਕ ਕਰ ਰਿਹਾ ਹੈ, ਕਿਉਂਕਿ ਉਸ ਨੂੰ ਪਹਿਲਾਂ ਹੀ ਪੁਲਿਸ ਕਾਫੀ ਇੰਟਰੋਗੇਟ ਕਰ ਚੁੱਕੀ ਹੁੰਦੀ ਹੈ। ਐਸਾ ਇੱਕ ਮੌਕਾ ਵੀ ਬਣਦਾ ਹੈ ਜਦੋਂ ਕਿ ਧਰੁਵ ਦੌਦਰ ਵੱਲੋਂ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਜਾਂਦੀ ਹੈ। ਇਹ ਦੱਸਿਆ ਗਿਆ ਹੁੰਦਾ ਵੀ ਕੋਈ ਹਥਿਆਰਾਂ ਦਾ ਲੈਣ ਦੇਣ ਕਰਨਾ ਹੁੰਦਾ ਹੈ। ਉਸ ਲਈ ਜਿਹੜਾ ਸੁੱਖੇ ਲੰਮੇ ਦਾ ਕਥਿਤ ਗਰੁੱਪ ਹੁੰਦਾ ਹੈ, ਯਾਨੀ ਕਿ ਉਹ ਗਰੁੱਪ ਜੋ ਕਿ ਗਰਾਊਂਡ ਉੱਤੇ ਆਪਰੇਟ ਕਰ ਰਿਹਾ ਹੁੰਦਾ ਹੈ, ਉਸ ਵੱਲੋਂ ਧਰੁਵ ਦੌਦਰ ਦੇ ਬੰਦਿਆਂ ਤੋਂ ਕੁਝ ਹਥਿਆਰ ਲੈਣੇ ਹੁੰਦੇ ਨੇ। ਪੁਲਿਸ ਜਦੋਂ ਛਾਪੇਮਾਰੀ ਇਸ ਕੇਸ ਦੇ ਵਿੱਚ ਕਰਦੀ ਹੈ ਤਾਂ ਸਾਰੇ ਬੰਦੇ ਜਿਹੜੇ ਹਥਿਆਰ ਦੇਣ ਵਾਲੇ ਹੁੰਦੇ ਨੇ ਜਾਂ ਹਥਿਆਰ ਲੈਣ ਵਾਲੇ ਹੁੰਦੇ ਨੇ, ਉਹ ਸਾਰੇ ਦੇ ਸਾਰੇ ਧਰੁਵ ਦੌਦਰ ਦੇ ਆਪਣੇ ਹੀ ਬੰਦੇ ਨਿਕਲਦੇ ਨੇ, ਕਿਉਂਕਿ ਅਰਸ਼ਦੀਪ ਡੱਲਾ ਜਿਹੜਾ ਹੁੰਦਾ ਹੈ ਉਸਨੇ ਧਰੁਵ ਦੌਦਰ ਦੇ ਹੀ ਕੁਝ ਹੋਰ ਆਪਰੇਟਿਵਸ ਨੂੰ ਐਕਟੀਵੇਟ ਕਰ ਰੱਖਿਆ ਹੁੰਦਾ ਹੈ। ਸੋ ਉਹ ਬਹੁਤ ਸੇਫ ਗੇਮ ਖੇਡ ਰਿਹਾ ਹੁੰਦਾ ਕੈਨੇਡਾ ਤੋਂ ਬੈਠ ਕੇ। ਉਹ ਹਰ ਪਾਸੇ ਧਰੁਵ ਦੌਦਰ ਦੇ ਬੰਦਿਆਂ ਨੂੰ ਵਰਤ ਰਿਹਾ ਹੁੰਦਾ ਹੈ। ਸੁੱਖਾ ਲੰਮੇ ਗਿੱਲ ਨੂੰ ਉਸਨੇ ਮਾਰ ਮੁਕਾਇਆ ਹੁੰਦਾ ਹੈ, ਲੇਕਿਨ ਉਸ ਦੇ ਨਾਂ ਦੇ ਉੱਤੇ ਇੱਕ ਕਥਿਤ ਡੀਲ ਹੋ ਰਹੀ ਹੁੰਦੀ ਹੈ। ਇਸ ਪੂਰੇ ਘਟਨਾਕ੍ਰਮ ਦੇ ਵਿੱਚ ਧਰੁਵ ਦੌਦਰ ਦੀ ਜਿਹੜੀ ਪੁਲਿਸ ਨੂੰ ਕੀਤੀ ਗਈ ਮੁਖਬਰੀ ਸਾਹਮਣੇ ਆ ਚੁੱਕੀ ਹੁੰਦੀ ਹੈ, ਲੇਕਿਨ ਧਰੁਵ ਦੌਦਰ ਦੀ ਮਿਸਕੈਲਕੂਲੇਸ਼ਨ ਇਹ ਹੁੰਦੀ ਹੈ ਵੀ ਉਹ ਪੁਲਿਸ ਦੀ ਮਦਦ ਕਰਨਾ ਚਾਹ ਰਿਹਾ ਹੁੰਦਾ, ਜਿਸ ਦਾ ਦਬਾਅ ਉਸ ਉੱਤੇ ਕਾਫੀ ਹੱਦ ਤੱਕ ਹੁੰਦਾ ਹੈ। ਉਸ ਨੂੰ ਖੁਦ ਨੂੰ ਵੀ ਇਹ ਪਤਾ ਨਹੀਂ ਹੁੰਦਾ ਵੀ ਸੁੱਖਾ ਲੰਮੇ ਮਾਰਤਾ ਗਿਆ ਹੈ। ਦੂਸਰੇ ਪਾਸੇ ਅਰਸ਼ ਜਿਹੜਾ ਡੱਲਾ ਹੈ ਉਸ ਦੀ ਗੇਮ ਬਹੁਤ ਹੀ ਸੇਫ ਹੁੰਦੀ ਹੈ। ਉਹ ਕੋਈ ਵੀ ਐਸੀ ਟ੍ਰਾਂਜੈਕਸ਼ਨ ਦੇ ਵਿੱਚ ਹਰ ਉਸ ਏਜੰਸੀ ਤੋਂ ਲੈ ਕੇ ਆਪਣੇ ਸਾਥੀ ਗੈਂਗਸਟਰਾਂ ਨੂੰ ਇਸ ਚੀਜ਼ ਦਾ ਭਰੋਸਾ ਦਿਵਾਉਣ ਦੇ ਵਿੱਚ ਕਾਮਯਾਬ ਰਹਿੰਦਾ ਹੈ ਕਿ ਸੁੱਖਾ ਲੰਮੇ ਹਜੇ ਵੀ ਜਿਉਂਦਾ ਹੈ ਤੇ ਉਸ ਦਾ ਜਿਹੜਾ ਗੈਂਗ ਹੈ ਉਹ ਖੁਦ ਸੁੱਖਾ ਲੰਮੇ ਚਲਾ ਰਿਹਾ ਹੈ। ਹਾਲਾਂਕਿ ਧਰੁਵ ਦੌਦਰ ਲਈ ਹੈਰਾਨੀ ਦੀ ਗੱਲ ਹੁੰਦੀ ਹੈ, ਕਿਉਂਕਿ ਸੁੱਖਾ ਲੰਮੇ ਐਡਾ ਵੱਡਾ ਕੋਈ ਆਪਰੇਟਿਵ ਨਹੀਂ ਰਿਹਾ ਹੁੰਦਾ। ਉਹ ਇੱਕ ਛੋਟੇ-ਮੋਟੇ ਲੈਵਲ ਦਾ ਨੌਜਵਾਨ ਹੁੰਦਾ ਜੋ ਕਿ ਲੜਾਈ ਝਗੜਿਆਂ ਦੇ ਵਿੱਚ ਧਰੁਵ ਦੌਦਰ ਤੋਂ ਇੱਕ ਤਰੀਕੇ ਦੀ ਮਦਦ ਲੈਣ ਦੀ ਇੱਕ ਕੇਸ ਦੇ ਵਿੱਚ ਕੋਸ਼ਿਸ਼ ਕਰਦਾ ਹੈ, ਜਦੋਂ ਕਿ ਉਸ ਨੂੰ ਬਹੁਤ ਹੀ ਠੰਡਾ ਜਿਹਾ ਰਿਸਪੌਂਸ ਧਰੁਵ ਦੌਦਰ ਵੱਲੋਂ ਦਿੱਤਾ ਜਾਂਦਾ ਹੈ। ਲੇਕਿਨ ਹੁਣ ਉਹ ਇਸ ਤਰੀਕੇ ਦੀਆਂ ਵਾਰਦਾਤਾਂ, ਐਡੀਆਂ ਵੱਡੀਆਂ ਵਾਰਦਾਤਾਂ ਨੂੰ ਕਿਸ ਦੇ ਇਸ਼ਾਰੇ ਤੇ ਕਿਸ ਦੇ ਨਾਲ ਮਿਲ ਕੇ ਕਰ ਰਿਹਾ ਹੁੰਦਾ ਹੈ, ਇਸ ਚੀਜ਼ ਦਾ ਅੰਦਾਜ਼ਾ ਧਰੁਵ ਦੌਦਰ ਨੂੰ ਨਹੀਂ ਹੁੰਦਾ, ਜੋ ਕਿ ਜੇਲ੍ਹ ਵਿੱਚ ਹੁੰਦਾ ਹੈ। ਸੋ ਧਰੁਵ ਦੌਦਰ ਵੱਲੋਂ ਜਿਹੜੀ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਹੁੰਦੀ ਹੈ ਉਸ ਦਾ ਕੋਈ ਜ਼ਿਆਦਾ ਸਿੱਟਾ ਨਹੀਂ ਨਿਕਲਦਾ। ਉਸ ਮੌਕੇ ਤੇ ਜਦੋਂ ਪੁਲਿਸ ਦੀ ਛਾਪੇਮਾਰੀ ਹੁੰਦੀ ਹੈ ਜਿੱਥੇ ਹਥਿਆਰਾਂ ਦਾ ਲੈਣ ਦੇਣ ਹੋਣਾ ਹੁੰਦਾ ਹੈ, ਉਸ ਮੌਕੇ ਤੇ ਧਰੁਵ ਦੌਦਰ ਦੇ ਉਹੀ ਲੋਕ ਜੋ ਕਿ ਹਥਿਆਰ ਦੇਣ ਲਈ ਗਏ ਹੁੰਦੇ ਨੇ, ਉਹਨਾਂ ਨੂੰ ਤਾਂ ਪੁਲਿਸ ਦੇ ਵੱਲੋਂ ਹੀ ਇੱਕ ਤਰੀਕੇ ਦਾ ਇੱਕ ਬੇਟ ਦੇ ਵਜੋਂ ਵਰਤਿਆ ਜਾਂਦਾ, ਲੇਕਿਨ ਦੂਸਰੇ ਪਾਸੇ ਕੁਝ ਹੋਰ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਭੇਜਤਾ ਗਿਆ ਹੁੰਦਾ ਹੈ। ਮਹਿਲਾਵਾਂ ਇਨਫੈਕਟ ਉਹ ਹਥਿਆਰ ਲੈਣ ਆਈਆਂ ਹੁੰਦੀਆਂ ਨੇ। ਲੈ ਦੇ ਕੇ ਜਿਹੜੀ ਲੀਡ ਹੈ ਕਿਤੇ ਵੀ ਨਹੀਂ ਪਹੁੰਚਦੀ ਤੇ ਉਸ ਹਥਿਆਰਾਂ ਨੂੰ ਚੁੱਕਣ ਵਾਲਾ ਜਿਹੜੀ ਪਾਰਟੀ ਹੁੰਦੀ ਹੈ ਉਸ ਦੇ ਵਿੱਚ ਹੀ ਧਰੁਵ ਦੌਦਰ ਦੇ ਹੀ ਕੁਝ ਹੋਰ ਹੇਠਲੇ ਲੈਵਲ ਦੇ ਆਪਰੇਟਿਵਸ ਨੂੰ ਅਰਸ਼ ਡੱਲੇ ਨੇ ਇਸਤੇਮਾਲ ਕਰ ਲਿਆ ਹੁੰਦਾ ਹੈ। ਸੋ ਇੱਕ ਬਹੁਤ ਹੀ ਸੇਫ ਗੇਮ ਅਰਸ਼ ਡੱਲੇ ਦੀ ਹੁੰਦੀ ਹੈ। ਉਹ ਆਪਣੇ ਆਪ ਨੂੰ ਕਿਤੇ ਵੀ ਲੈਵਲ ਤੇ ਐਕਸਪੋਜ਼ ਹੋਣ ਨਹੀਂ ਦਿੰਦਾ। ਐਡੀ ਵੱਡੀ ਚੁਣੌਤੀ ਬਣ ਚੁੱਕੀ ਹੁੰਦੀ ਹੈ ਓਕੂ ਲਈ ਜਾਂ NIA ਲਈ ਵੀ। ਉਸ ਦੀ ਟੀਮਾਂ ਹੱਥ ਖੜੇ ਕਰ ਚੁੱਕੀਆਂ ਹੁੰਦੀਆਂ ਨੇ ਤੇ ਇਸ ਤਰੀਕੇ ਨਾਲ ਪੁਲਿਸ ਦੀ ਜਿਹੜੀ ਤਫਤੀਸ਼ ਹੈ ਉਹ ਇੱਕ ਡੈਡ ਐਂਡ ਤੇ ਪਹੁੰਚ ਚੁੱਕੀ ਹੁੰਦੀ ਹੈ ਇਹਨਾਂ ਤਮਾਮ ਵਾਰਦਾਤਾਂ ਦੇ ਵਿੱਚ। ਇੱਕ ਡਾਕਟਰ ਜਿਹੜਾ ਡਾਕਟਰ ਨਰੂਲਾ ਹੁੰਦੇ ਨੇ ਨਰੂਲਾ ਹਸਪਤਾਲ ਦੇ, ਜਦੋਂ ਉਹਨਾਂ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਉਸ ਵਕਤ ਜਿਹੜੇ SSP ਮੋਗਾ ਹੁੰਦੇ ਨੇ ਹਰਮਨਬੀਰ ਸਿੰਘ ਗਿੱਲ, ਕਿਉਂਕਿ ਉਸ ਵਕਤ ਤੱਕ ਹਰਮਨਬੀਰ ਸਿੰਘ ਗਿੱਲ SSP ਮੋਗਾ ਕਾਫੀ ਇਸ ਪੂਰੇ ਗੱਲਬਾਤ ਦੇ ਇਨਵੋਲਵ ਹੋ ਚੁੱਕੇ ਹੁੰਦੇ ਨੇ। ਤਫਤੀਸ਼ ਜਿਹੜੀ ਹੈ ਹੁਣ ਮੋਗਾ ਪੁਲਿਸ ਮੁੱਢਲੇ ਤੌਰ ਤੇ ਆਪਣੇ ਪੱਧਰ ਤੇ ਕਰ ਰਹੀ ਹੁੰਦੀ ਹੈ, ਕਿਉਂਕਿ ਜ਼ਿਆਦਾ ਆਸ ਬਚੀ ਨਹੀਂ ਹੁੰਦੀ ਇਸ ਕੇਸ ਦੇ ਵਿੱਚ। ਲੇਕਿਨ ਇਸ ਦੌਰਾਨ SSP ਮੋਗਾ ਨੂੰ ਐਸੇ ਕਈ ਕਲੂਜ਼ ਮਿਲਦੇ ਹੈਗੇ ਨੇ ਜਿਸ ਵਿੱਚ ਕਿ ਉਹਨਾਂ ਨੂੰ ਇਸ ਨੈਟਵਰਕ ਦਾ ਸਮਝ ਆਉਣਾ ਸ਼ੁਰੂ ਹੋ ਚੁੱਕਾ ਹੁੰਦਾ ਹੈ, ਕਿਉਂਕਿ ਹਜੇ ਤੱਕ ਜਿਹੜੀ ਸੂਈ ਹੁੰਦੀ ਹੈ ਉਹ ਗੈਂਗਸਟਰ ਧਰੁਵ ਦੌਦਰ ਦੇ ਹੁੰਦੀ ਹੈ। ਸ਼ੱਕ ਉਸ ਉੱਤੇ ਕਰ ਰਹੇ ਹੁੰਦੇ ਨੇ, ਲੇਕਿਨ ਧਰੁਵ ਦੌਦਰ ਦੇ ਜਿਹੜੇ ਨੈਟਵਰਕ ਦੇ ਹੋਰ ਗੈਂਗਸਟਰਾਂ ਨੂੰ ਜਦੋਂ ਉਹਨਾਂ ਦੀ ਸੋਸ਼ਲ ਮੀਡੀਆ ਪ੍ਰੋਫਾਈਲਸ ਨੂੰ ਖੰਗਾਲਿਆ ਜਾਂਦਾ ਹੈ, ਕਈ ਐਸੇ ਲਿੰਕ ਲੱਭਦੇ ਹੈਗੇ ਨੇ। ਇਸੇ ਦੌਰਾਨ ਡਾਕਟਰ ਨਰੂਲਾ ਤੋਂ ਰੰਗਦਾਰੀ ਦੀ ਵਸੂਲੀ ਦੀ ਜਦੋਂ ਕਾਲ ਆਉਂਦੀ ਹੈ ਉਸ ਤੋਂ ਬਾਅਦ ਉਹਨਾਂ ਨੂੰ ਮਾਰਨ ਦੀ ਪਲੈਨਿੰਗ ਹੁੰਦੀ ਹੈ ਤੇ ਇਹ ਜਿਹੜੀ ਜਾਣਕਾਰੀ ਹੈ ਉਸੇ ਨੈਟਵਰਕ ਦੇ ਵਿੱਚੋਂ SSP ਮੋਗਾ ਨੂੰ ਮਿਲ ਜਾਂਦੀ ਹੈ, ਜੋ ਕਿ ਕੁਝ ਹੀ ਮਿੰਟਾਂ ਦੇ ਵਿੱਚ ਉਸ ਵਕਤ ਨਰੂਲਾ ਹਸਪਤਾਲ ਪਹੁੰਚ ਜਾਂਦੇ ਨੇ। ਉਸ ਤੋਂ ਬਾਅਦ ਜਿਹੜੀ ਪੁਲਿਸ ਦਾ ਪੂਰਾ ਟਰੈਪ ਲਗਾਇਆ ਜਾਂਦਾ ਹੈ, ਲੇਕਿਨ ਜਿਹੜੇ ਸ਼ੂਟਰ ਉਸ ਵਕਤ ਉਸ ਥਾਂ ਤੇ ਆਉਂਦੇ ਨੇ ਉਹਨਾਂ ਨੂੰ ਪੁਲਿਸ ਪਛਾਣ ਨਹੀਂ ਪਾਉਂਦੀ। ਬਾਅਦ ਦੇ ਵਿੱਚ CCTV ਦੇ ਵਿੱਚ ਇਹ ਨੋਟਿਸ ਕੀਤਾ ਜਾਂਦਾ ਵੀ ਜਿਹੜੇ ਸ਼ੂਟਰ ਉਸ ਦਿਨ ਉੱਥੇ ਆਏ ਹੁੰਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਸ਼ੱਕ ਪੈ ਚੁੱਕਾ ਹੁੰਦਾ ਵੀ ਇੱਥੇ ਪੁਲਿਸ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਉਹ ਨਾਰਮਲ ਸਾਦੀ ਵਰਦੀਆਂ ਦੇ ਵਿੱਚ ਪਹੁੰਚ ਚੁੱਕੇ ਹੈਗੇ ਨੇ। ਸੋ ਗੈਂਗਸਟਰ ਜਿਹੜੇ ਹੈਗੇ ਨੇ ਉੱਥੋਂ ਮੁੜ ਚੁੱਕੇ ਹੁੰਦੇ ਨੇ, ਲੇਕਿਨ ਬਾਅਦ ਦੇ ਵਿੱਚ ਪੂਰਾ ਜਿਹੜਾ ਡੰਪ ਡੇਟਾ ਉਸ ਇਲਾਕੇ ਦਾ CCTV ਫੁਟੇਜਿਸ ਤੋਂ ਲੈ ਕੇ ਕਾਲ ਡਿਟੇਲ ਰੈਕੋਰਡਸ ਜਿਹੜੇ ਹੁੰਦੇ ਨੇ ਉਹ ਸਟੱਡੀ ਕੀਤੇ ਜਾਂਦੇ ਨੇ। ਉਸ ਐਗਜ਼ਾਮੀਨੇਸ਼ਨ ਜਾਂ ਬਹੁਤ ਹੀ ਡਿਟੇਲਡ ਇੱਕ ਬਹੁਤ ਹੀ ਮੈਟੀਕੂਲਸ ਤਰੀਕੇ ਨਾਲ ਮੋਗਾ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾਂਦੀ ਹੈ। ਬਾਅਦ ਦੇ ਵਿੱਚ ਤਮਾਮ ਜਿਹੜੇ ਕਾਲਸ ਹੁੰਦੇ ਨੇ ਉਸ ਦੌਰਾਨ ਉਸ ਇਲਾਕੇ ਤੋਂ ਬਾਹਰ ਗਏ ਜਾਂ ਅੰਦਰ ਆਏ ਲੋਕਾਂ ਦੇ ਕਾਲਸ ਜਾਂ ਅੰਦਰ ਆਉਣ ਤੋਂ ਪਹਿਲਾਂ ਕੁਝ ਘੰਟੇ ਬੰਦ ਹੋਏ
ਟੈਲੀਫੋਨ ਜਾਂ ਫਿਰ ਬਾਹਰ ਜਾ ਕੇ ਜਿਹੜੇ ਬੰਦ ਹੋਏ ਗਏ ਟੈਲੀਫੋਨ, ਇੱਕ ਮੋਡਸ ਆਪਰੈਂਡਾ ਹੀ ਹੁੰਦਾ ਗੈਂਗਸਟਰ ਇਲਾਕੇ ਦੇ ਵਿੱਚ ਵਾਰਦਾਤ ਕਰਨ ਤੋਂ ਪਹਿਲਾਂ ਆਪਣੇ ਫੋਨ ਕੁਝ ਘੰਟੇ ਬੰਦ ਕਰਦੇ ਨੇ ਤੇ ਬਾਅਦ ਦੇ ਵਿੱਚ ਵਾਰਦਾਤ ਤੋਂ ਕੁਝ ਘੰਟੇ ਬਾਅਦ ਇਹ ਜਾਣਕਾਰੀ ਆਪਣੇ ਉਹਨਾਂ ਲੋਕਾਂ ਨੂੰ ਦਿੰਦੇ ਨੇ ਜਿਨ੍ਹਾਂ ਤੋਂ ਉਹਨਾਂ ਨੇ ਉਹ ਕੰਮ ਫੜਿਆ ਹੁੰਦਾ। ਸੋ ਇਸ ਕਿਸਮ ਦੇ ਜਿਹੜੇ ਫੋਨ ਸਨ ਉਹ ਖਾਸ ਤੌਰ ਤੇ ਮੋਗਾ ਪੁਲਿਸ ਦੇ ਰਡਾਰ ਤੇ ਸਨ। ਉਸ ਤੋਂ ਬਾਅਦ ਇੱਕ ਖਾਸ ਨੰਬਰ ਜਿਹੜਾ ਹੁੰਦਾ ਹੈ ਉਸ ਨੂੰ ਜ਼ੀਰੋ ਇਨ ਕੀਤਾ ਜਾਂਦਾ, ਜਿਸ ਤੋਂ ਬਾਅਦ ਇੱਕ ਜਿਹੜਾ ਸ਼ਾਰਪ ਸ਼ੂਟਰ ਹੈ ਰਿਸ਼ਭ ਨਾਂ ਦਾ, ਉਸ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਰਿਸ਼ਭ ਗ੍ਰਿਫਤਾਰ ਹੋ ਜਾਂਦਾ ਹੈ। ਉਸ ਵੱਲੋਂ ਇਹ ਵੀ ਦੱਸਤਾ ਜਾਂਦਾ ਵੀ ਉਸ ਨੂੰ ਜਿਹੜਾ ਸੁੱਖੇ ਲੰਮੇ ਗੈਂਗ ਵੱਲੋਂ ਜਾਂ ਉਸ ਦੇ ਫੇਸਬੁੱਕ ਦੇ ਉੱਤੇ ਉਸ ਦਾ ਰਾਬਤਾ ਜਿਹੜਾ ਸੀ ਸੁੱਖੇ ਲੰਮੇ ਗੈਂਗ ਦੇ ਨਾਲ ਹੋਇਆ, ਪ੍ਰਭਵੀਰ ਦੇ ਨਾਲ ਹੋਇਆ ਤੇ ਉਸ ਤੋਂ ਬਾਅਦ ਉਸ ਨੂੰ ਇਹ ਕੰਮ ਦਿੱਤਾ ਗਿਆ। ਲੇਕਿਨ ਇਹ ਇੱਕ ਡੈਡ ਐਂਡ ਹੁੰਦਾ ਹੈ, ਇਹ ਲੀਡ ਜਿਹੜੀ ਹੈ ਇੱਥੇ ਹੀ ਖਤਮ ਹੋ ਜਾਂਦੀ ਹੈ। ਉਤਲੇ ਲੈਵਲ ਦੇ ਜਿਹੜੇ ਆਪਰੇਟਿਵਸ ਹੁੰਦੇ ਨੇ ਉਹਨਾਂ ਦਾ ਪਤਾ ਨਹੀਂ ਲੱਗਦਾ। ਇੱਥੇ ਤੁਹਾਨੂੰ ਇਹ ਦੱਸ ਦਈਏ ਵੀ ਸੁੱਖੇ ਲੰਮੇ ਗਿੱਲ ਦੇ ਨਾਂ ਉੱਤੇ ਅਰਸ਼ ਡੱਲੇ ਦੇ 3 ਵੱਡੇ ਜਿਹੜੇ ਆਪਰੇਟਿਵ ਉਸ ਵਕਤ ਕੰਮ ਕਰ ਰਹੇ ਹੁੰਦੇ ਨੇ ਜਿਨ੍ਹਾਂ ਨੂੰ ਇਸ ਪੂਰੇ ਗੋਰਖ ਧੰਦੇ ਦਾ ਪਤਾ ਹੁੰਦਾ ਹੈ, ਲੇਕਿਨ ਪੁਲਿਸ ਦੀ ਗਿਰਫਤ ਤੋਂ ਉਹ ਬਾਹਰ ਹੁੰਦੇ ਨੇ। ਇਹਨਾਂ ਵਿੱਚ ਲਵਪ੍ਰੀਤ ਸਿੰਘ ਹੁੰਦਾ ਹੈ ਜਿਸ ਨੂੰ ਕਿ ਰਵੀ ਨਾਂ ਨਾਲੋਂ ਵੀ ਜਾਣਿਆ ਹੁੰਦਾ ਹੈ, ਰਾਮ ਸਿੰਘ ਸੋਨੂ ਇੱਕ ਹੁੰਦਾ ਤੇ ਤੀਸਰਾ ਕਮਲਜੀਤ ਸ਼ਰਮਾ ਹੁੰਦਾ ਹੈ। ਸੋ ਤਿੰਨੋਂ ਲੋਕ ਹੁੰਦੇ ਨੇ ਜੋ ਕਿ ਬੇਸਿਕਲੀ ਸੁੱਖੇ ਲੰਮੇ ਦੇ ਸ਼ਾਰਪ ਸ਼ੂਟਰ ਹੁੰਦੇ ਨੇ। ਸੋ ਇਹ ਪੂਰੀ ਜਿਹੜੀ ਗੱਲਬਾਤ ਹੈ ਇਹ ਸਿਰਫ 2 ਜਾਂ 3 ਸ਼ਾਰਪ ਸ਼ੂਟਰਸ ਤੱਕ ਮਹਿਦੂਦ ਹੁੰਦੀ ਹੈ, ਲੇਕਿਨ ਇਹ ਸ਼ਾਰਪ ਸ਼ੂਟਰਸ ਦਾ ਕੰਮ ਵੀ ਅੱਗੇ ਹੋਰ ਛੋਟੇ ਜਿਹੜੇ ਸ਼ਾਰਪ ਸ਼ੂਟਰਸ ਹੁੰਦੇ ਨੇ ਉਹਨਾਂ ਨੂੰ ਅੱਗੇ ਕੰਮ ਦੇਣਾ ਹੁੰਦਾ ਹੈ। ਫਿਲੌਰ ਦੇ ਵਿੱਚ ਵੀ ਇੱਕ ਪਾਦਰੀ ਉੱਤੇ ਗੋਲੀਆਂ ਇਸ ਗੈਂਗ ਵੱਲੋਂ ਚਲਾਈਆਂ ਜਾਂਦੀਆਂ ਨੇ। ਵੱਖ-ਵੱਖ ਥਾਵਾਂ ਉੱਤੇ ਸੁੱਖਾ ਲੰਮੇ ਗੈਂਗ ਵੱਲੋਂ ਉਹਨਾਂ ਵਾਰਦਾਤਾਂ ਦੀ ਜ਼ਿੰਮੇਵਾਰੀ ਲਗਾਤਾਰ ਲਈ ਜਾ ਰਹੀ ਹੁੰਦੀ ਹੈ। ਸ਼ਹਿਰ ਦੇ ਵਿੱਚ ਜਿਹੜੀ ਵੀ ਰੰਗਦਾਰੀ ਵਸੂਲਣ ਦੀਆਂ ਕਾਲਸ ਜਿਹੜੀਆਂ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਨੇ ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਸ਼ਰੇਆਮ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਸੁੱਖਾ ਲੰਮੇ ਗੈਂਗ ਦੇ ਲੋਕ ਹੈਗੇ ਨੇ, ਸੋ ਤੁਸੀਂ ਫਿਰੌਤੀ ਦਿਓ। ਬਹੁਤ ਸੇ ਲੋਕਾਂ ਨੇ ਫਿਰੌਤੀ ਦਿੱਤੀ ਵੀ ਜਾਂ ਰੰਗਦਾਰੀ ਦਿੱਤੀ ਵੀ। ਐਕਸਟੋਰਸ਼ਨ ਦਾ ਰੈਕਟ ਕਈ ਸਾਲ ਚੱਲਿਆ ਵੀ। ਕਈ ਲੋਕਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਿਨ੍ਹਾਂ ਦਾ ਹੱਥ-ਵਾਸ ਚੱਲਦਾ ਸੀ ਜਾਂ ਜਿਨ੍ਹਾਂ ਦੀ ਪਹੁੰਚ ਪੁਲਿਸ ਤੱਕ ਸੀ, ਲੇਕਿਨ ਲੈ ਦੇ ਕੇ ਇਸ ਕੇਸ ਦੇ ਵਿੱਚ ਪੁਲਿਸ ਕਿਸੇ ਵੀ ਸਿੱਟੇ ਤੱਕ ਨਹੀਂ ਸੀ ਪਹੁੰਚ ਪਾ ਰਹੀ। ਲੇਕਿਨ ਇਸ ਤੋਂ ਬਾਅਦ ਜਿਹੜੇ ਐਸਐਸਪੀ ਮੋਗਾ ਸਨ ਹਰਮਨਬੀਰ ਗਿੱਲ, ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਸੀ ਉਹ ਥੋੜੀ ਹੋਰ ਗਹਿਰਾਈ ਤੱਕ ਹੁੰਦੀ ਰਹੀ। ਧਰੂਵ ਦੌਦਰ ਅਤੇ ਸੁੱਖੇ ਲੰਮੇ ਦੇ ਨੈਟਵਰਕ ਦੇ ਵਿੱਚੋਂ ਇੱਕ ਪਿੰਡਰੀ ਨਾਂ ਦਾ ਇੱਕ ਹੋਰ ਗੈਂਗਸਟਰ ਸੀ ਜਿਸ ਉੱਤੇ ਕਿ ਐਸਐਸਪੀ ਮੋਗਾ ਦੀ ਨਜ਼ਰ ਟਿਕ ਚੁੱਕੀ ਸੀ। ਪਿੰਡਰੀ ਨੂੰ ਗ੍ਰਿਫਤਾਰ ਕੀਤਾ ਗਿਆ, ਇਸ ਤੋਂ ਇੰਟੈਰੋਗੇਸ਼ਨ ਕੀਤੀ ਗਈ, ਲੇਕਿਨ ਕੁਝ ਵੀ ਉਸ ਤੋਂ ਪੁੱਛਗਿੱਛ ਦੌਰਾਨ ਨਹੀਂ ਸਾਹਮਣੇ ਆ ਪਾਇਆ। ਇਸ ਦੌਰਾਨ ਉਸ ਨੂੰ ਕਈ ਦਿਨ ਦੀ ਇੰਟੈਰੋਗੇਸ਼ਨ ਤੋਂ ਬਾਅਦ ਛੱਡਤਾ ਗਿਆ, ਲੇਕਿਨ ਪਿੰਡਰੀ ਉੱਤੇ ਜਿਹੜੀ ਸਰਵੇਲਾਂਸ ਸੀ ਉਹ ਮੋਗਾ ਪੁਲਿਸ ਨੇ ਲਗਾਤਾਰ ਜਾਰੀ ਰੱਖੀ। ਇਸ ਦੌਰਾਨ ਇੱਕ ਦਿਨ ਦੱਸਿਆ ਜਾਂਦਾ ਕਿ ਖੁਦ ਐਸਐਸਪੀ ਜਿਹੜੇ ਮੋਗਾ ਹੈਗੇ ਨੇ ਹਰਮਨਬੀਰ ਗਿੱਲ, ਉਹ ਪਿੰਡਰੀ ਦੇ ਘਰੇ ਅਚਾਨਕ ਪਹੁੰਚ ਜਾਂਦੇ ਨੇ ਤੇ ਉਸ ਤੋਂ ਹਾਲ-ਚਾਲ ਪੁੱਛਦੇ ਨੇ। ਇਸ ਦੌਰਾਨ ਉਹਦੇ ਹੱਥ ਦੇ ਵਿੱਚ ਜਿਹੜਾ ਇੱਕ ਮੋਬਾਈਲ ਨੋਟਿਸ ਕੀਤਾ ਜਾਂਦਾ ਹੈ ਜੋ ਕਿ ਵੱਖਰਾ ਮੋਬਾਈਲ ਹੁੰਦਾ ਹੈ ਉਸ ਮੋਬਾਈਲ ਨਾਲੋਂ ਜਿਸ ਦੀ ਤਫਤੀਸ਼ ਜਾਂ ਜਿਸ ਦੀ ਇੰਟੈਰੋਗੇਸ਼ਨ ਦੌਰਾਨ ਜਾਣਕਾਰੀ ਪੁਲਿਸ ਨੂੰ ਪ੍ਰਾਪਤ ਹੁੰਦੀ ਹੈ। ਹਾਲਾਂਕਿ ਇਹ ਮੋਬਾਈਲ ਵੀ ਉਹੀ ਮੋਬਾਈਲ ਨਿਕਲਦਾ ਹੈ ਜੋ ਕਿ ਪੁਲਿਸ ਨੇ ਆਪਣੀ ਕਸਟਡੀ ਦੇ ਦੌਰਾਨ ਉਸ ਕੋਲ ਨੋਟਿਸ ਕੀਤਾ ਹੁੰਦਾ, ਸਿਰਫ ਉਹਦਾ ਕਵਰ ਚੇਂਜ ਕੀਤਾ ਗਿਆ ਹੁੰਦਾ ਹੈ। ਲੇਕਿਨ ਇਸ ਦੌਰਾਨ ਜਿਹੜੀ ਮੋਗਾ ਪੁਲਿਸ ਹੈ ਉਹ ਉਸਦੇ ਘਰ ਦੇ ਆਸ-ਪਾਸ ਦੇ ਜਿਹੜੇ ਫੋਨ ਕਾਲਸ ਹੁੰਦੇ ਨੇ ਉਹਨਾਂ ਦਾ ਸੀਡੀਆਰ ਕਢਵਾ ਲੈਂਦੀ ਹੈ, ਜਿਸ ਦੌਰਾਨ ਇਹ ਪਤਾ ਲੱਗਦਾ ਹੈ ਵੀ ਪਿੰਡਰੀ ਦਾ ਜਿਹੜਾ ਘਰ ਸੀ ਉੱਥੋਂ ਤਕਰੀਬਨ 2 ਜਾਂ 3 ਹੋਰ ਐਸੇ ਟੈਲੀਫੋਨ ਕਾਲਸ ਜਾਂ ਸਿਮ ਜਿਹੜੇ ਕਾਰਡ ਸਨ ਉਹਨਾਂ ਨੂੰ ਆਪਰੇਟ ਕੀਤਾ ਜਾ ਰਿਹਾ ਸੀ। ਇਹਨਾਂ ਸਿਮਸ ਨੂੰ ਜਦੋਂ ਪੁਲਿਸ ਬਰਾਮਦ ਕਰਦੀ ਹੈ ਉਸ ਤੋਂ ਜਦੋਂ ਪੂਰਾ ਡੇਟਾ ਕੱਢਿਆ ਜਾਂਦਾ ਹੈ, ਸਾਹਮਣੇ ਆਉਂਦਾ ਹੈ ਤਾਂ ਉਸ ਦੇ ਵਿੱਚ ਇੱਕ ਕਾਲ ਜਿਹੜਾ ਹੈ ਉਹ ਅਰਸ਼ਦੀਪ ਡੱਲੇ ਦੇ ਨਾਲ ਜਾ ਕੇ ਕੈਨੇਡਾ ਦੇ ਵਿੱਚ ਲਿੰਕ ਹੁੰਦਾ ਹੈ। ਇਹ ਪਹਿਲਾ ਮੌਕਾ ਹੁੰਦਾ ਜਦੋਂ ਕਿ ਅਰਸ਼ਦੀਪ ਡੱਲਾ ਜਿਹੜਾ ਹੈ ਉਸ ਦਾ ਰੋਲ, ਉਸ ਦਾ ਨਾਂ, ਉਸ ਦੀ ਭੂਮਿਕਾ ਇਸ ਕੇਸ ਦੇ ਵਿੱਚ ਸਾਹਮਣੇ ਉੱਭਰ ਕੇ ਆਈ ਹੁੰਦੀ ਹੈ, ਕਿਉਂਕਿ ਇਸ ਕੇਸ ਦੇ ਵਿੱਚ ਸਭ ਦੀ ਨਜ਼ਰਾਂ ਜਾਂ ਸਭ ਦੀ ਜਿਹੜੀ ਪਾਲ ਹੁੰਦੀ ਹੈ ਉਹ ਸੁੱਖਾ ਲੰਮੇ ਨੂੰ ਲੈ ਕੇ ਹੁੰਦੀ ਹੈ। ਈਵਨ ਮੋਗਾ ਪੁਲਿਸ ਜਾਂ ਮੋਗਾ ਦੇ ਐਸਐਸਪੀ ਜਿਹੜੇ ਹੈਗੇ ਨੇ ਉਹ ਵੀ ਸੁੱਖਾ ਲੰਮੇ ਨੂੰ ਹੀ ਪਾਲ ਰਹੇ ਹੁੰਦੇ ਨੇ। ਹਰ ਇਸ ਮਾਮਲੇ ਦਾ ਮੁਲਜ਼ਮ ਜੋ ਕਿ ਫੜਿਆ ਜਾਂਦਾ ਹੈ, ਐਕਿਊਜ਼ ਜੋ ਪੁਲਿਸ ਦੇ ਕਾਬੂ ਆਉਂਦਾ ਹੈ, ਉਸ ਤੋਂ ਪੁਲਿਸ ਸੁੱਖੇ ਲੰਮੇ ਬਾਰੇ ਪੁੱਛ ਰਹੀ ਹੁੰਦੀ ਹੈ। ਕਦੇ ਵੀ ਕਿਸੇ ਨੇ ਅਰਸ਼ਦੀਪ ਡੱਲੇ ਬਾਰੇ ਨਹੀਂ ਪੁੱਛਿਆ ਹੁੰਦਾ, ਲੇਕਿਨ ਇਹ ਜਿਹੜਾ ਕੰਟੈਕਟ ਹੁੰਦਾ ਹੈ ਅਰਸ਼ਦੀਪ ਡੱਲੇ ਦੀ ਜਦੋਂ ਜਾਣਕਾਰੀ ਮਿਲਦੀ ਹੈ ਉਸ ਤੋਂ ਬਾਅਦ ਇਹ ਕਲੀਅਰ ਹੁੰਦਾ ਹੈ ਕਿ ਇਹ ਪੂਰਾ ਖੇਡ ਹੋ ਕੀ ਰਿਹਾ ਹੈ। ਇਸ ਤੋਂ ਬਾਅਦ ਅਰਸ਼ਦੀਪ ਡੱਲੇ ਦੇ ਫੋਨ ਕਾਲਸ ਅਤੇ ਇਸ ਦੇ ਨਾਲ ਹੀ ਪਿੰਡਰੀ ਦੇ ਫੋਨ ਕਾਲਸ ਤੇ ਉਹਨਾਂ तमाम ਜਿਹੜੇ ਟੈਲੀਫੋਨ ਕਾਲਸ ਹੈਗੇ ਨੇ ਉਹਨਾਂ ਨੂੰ ਸਰਵੇਲਾਂਸ ਤੇ ਰੱਖਿਆ ਜਾਂਦਾ ਹੈ। ਉਸ ਦੌਰਾਨ ਲਵਪ੍ਰੀਤ, ਰਾਮ ਸਿੰਘ ਅਤੇ ਕਮਲ ਜਿਹੜਾ ਸ਼ਰਮਾ ਹੈ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਜਾਂ ਉਹਨਾਂ ਦੇ ਜਿਹੜੇ ਟੈਲੀਫੋਨਸ ਹੈਗੇ ਨੇ, ਉਹਨਾਂ ਦੇ ਮੋਬਾਈਲ ਹੈਗੇ ਨੇ, ਉਹਨਾਂ ਦਾ ਪਤਾ ਪੁਲਿਸ ਨੂੰ ਲੱਗਦਾ ਹੈ, ਜਿਸ ਤੋਂ ਬਾਅਦ ਕਿ ਉਹ ਜਿਹੜੇ ਕਾਲਸ ਲੋਕੇਸ਼ਨਸ ਹੁੰਦੀਆਂ ਨੇ ਇਹ ਸਾਰੇ ਗੈਂਗਸਟਰਾਂ ਦੀਆਂ ਉਹਨਾਂ ਨੂੰ ਆਹਿਸਤਾ ਕਰਕੇ ਪੁਲਿਸ ਜ਼ੈਰੋ ਇਨ ਕਰਦੀ ਹੈ। ਮਈ ਦੇ ਵਿੱਚ ਲਵਪ੍ਰੀਤ ਸਿੰਘ ਅਤੇ ਰਾਮ ਸਿੰਘ ਉਰਫ ਸੋਨੂ, ਇਹ ਦੋਵੇਂ ਗੈਂਗਸਟਰਾਂ ਨੂੰ ਮੋਗਾ ਪੁਲਿਸ ਵੱਲੋਂ ਚੁੱਕ ਲਿਆ ਜਾਂਦਾ ਹੈ। ਉਸ ਤੋਂ ਕੁਝ ਹੀ ਦਿਨ ਬਾਅਦ ਜੂਨ ਦੇ ਵਿੱਚ ਕਮਲਜੀਤ ਸ਼ਰਮੇ ਨੂੰ ਚੁੱਕ ਲਿਆ ਜਾਂਦਾ ਹੈ। ਇਹ 3 ਮੇਨ ਗੈਂਗਸਟਰ ਹੁੰਦੇ ਨੇ ਜੋ ਕਿ ਅਰਸ਼ਦੀਪ ਡੱਲੇ ਦੇ ਮੇਨ ਗੈਂਗਸਟਰ ਹੁੰਦੇ ਨੇ। ਉਸ ਤੋਂ ਬਾਅਦ ਜਦੋਂ ਇਹਨਾਂ ਤੋਂ ਸਖਤੀ ਦੇ ਨਾਲ ਪੁੱਛਗਿੱਛ ਹੁੰਦੀ ਹੈ ਉਸ ਵਕਤ ਇਹ ਖੁਲਾਸਾ ਹੁੰਦਾ ਹੈ, ਯਾਨੀ ਕਿ ਜੂਨ ਦੇ ਵਿੱਚ ਇਹ ਖੁਲਾਸਾ ਜਾ ਕੇ ਇਸ ਸਾਲ 2021 ਦੇ ਵਿੱਚ ਜੂਨ ਦੇ ਵਿੱਚ ਇਹ ਖੁਲਾਸਾ ਹੁੰਦਾ ਹੈ ਕਿ ਸੁੱਖਾ ਲੰਮੇ ਜਿਹੜਾ ਗੈਂਗਸਟਰ ਹੈ ਉਹ 27 ਜੂਨ 2020 ਨੂੰ ਹੀ ਮਾਰਤਾ ਗਿਆ ਸੀ ਤੇ ਇਸ 1 ਸਾਲ ਦੇ ਦੌਰਾਨ, ਪੂਰੇ 1 ਸਾਲ ਦੇ ਦੌਰਾਨ ਜਿੰਨੀਆਂ ਵੀ ਵਾਰਦਾਤਾਂ ਹੋਈਆਂ ਜਾਂ ਜਿਸ ਦੀ ਜ਼ਿੰਮੇਵਾਰੀ ਫੇਸਬੁੱਕ ਦੇ ਉਸ ਦੇ ਆਪਣੇ ਪੇਜ ਤੋਂ ਚੁੱਕੀ ਗਈ ਸੀ ਉਹ ਸਾਰੀਆਂ ਵਾਰਦਾਤਾਂ
ਅਰਸ਼ਦੀਪ ਡੱਲਾ ਕਰਵਾ ਰਿਹਾ ਸੀ ਤੇ ਕੁਝ ਕੇਸਿਸ ਦੇ ਵਿੱਚ ਜਦੋਂ ਟਾਰਗੇਟਡ ਕਿਲਿੰਗਸ ਕਰਵਾਈਆਂ ਗਈਆਂ ਉਸ ਦੇ ਵਿੱਚ ਉਹਦੇ ਪਿੱਛੇ ਹਰਦੀਪ ਨਿੱਜਰ ਜੋ ਕਿ ਖਾਲਿਸਤਾਨ ਟਾਈਗਰ ਫੋਰਸ ਦਾ ਉੱਥੋਂ ਦਾ ਲੀਡਰ ਹੈ ਉਸ ਵੱਲੋਂ ਵੀ ਭੂਮਿਕਾ ਨਿਭਾਈ ਗਈ। ਅਗਲਾ ਜਿਹੜਾ ਟਾਰਗੇਟ ਇਹਨਾਂ ਦਾ ਸ਼ਕਤੀ ਸਿੰਘ ਸੀ। ਇਹ ਤੁਹਾਨੂੰ ਦੱਸ ਦਈਏ ਵੀ ਬੇਅਦਬੀ ਜਿਹੜੇ ਘਟਨਾਵਾਂ ਹੋਈਆਂ ਸਨ 2015 ਦੀਆਂ ਉਹਨਾਂ ਦੇ ਵਿੱਚ ਡੇਰਾ ਸੱਚਾ ਸੌਦਾ ਦੇ ਕਈ ਜਿਹੜੇ ਸਮਰਥਕ ਫੜੇ ਗਏ ਸਨ। ਉਹਨਾਂ ਵਿੱਚੋਂ ਇੱਕ ਪ੍ਰਮੁੱਖ ਜਿਹੜਾ ਕਿਰਦਾਰ ਸੀ ਬੁਰਜਬਾਰ ਸਿੰਘ ਵਾਲਾ ਦੀ ਜਿਹੜੀ ਘਟਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਚੋਰੀ ਕਰਕੇ ਬਾਅਦ ਦੇ ਵਿੱਚ ਉਹਨਾਂ ਦੇ ਅੰਗ ਨੂੰ ਜਿਹੜੇ ਬਰਗਾੜੀ ਦੇ ਵਿੱਚ ਖਿਲਾਰਨ ਦੀ ਜ਼ਿੰਮੇਵਾਰੀ ਸੀ ਉਹਦੇ ਵਿੱਚ ਜਿਹੜੇ ਤਕਰੀਬਨ 1 ਦਰਜਨ ਲੋਕਾਂ ਦੇ ਨਾਂ ਆਏ ਸੀ। ਉਹਨਾਂ ਦੇ ਵਿੱਚੋਂ ਸ਼ਕਤੀ ਸਿੰਘ ਇੱਕ ਪ੍ਰਮੁੱਖ ਐਕਿਊਜ਼ਡ ਹੈ ਇਸ ਕੇਸ ਦੇ ਵਿੱਚ ਤੇ ਸ਼ਕਤੀ ਸਿੰਘ ਨੂੰ ਅਗਲੇ ਟਾਰਗੇਟ ਦੇ ਰੂਪ ਵਿੱਚ ਇਹ ਗੈਂਗ ਨੇ ਚੁਣ ਰੱਖਿਆ ਸੀ। ਯਾਨੀ ਕਿ ਅਗਲੀ ਜਿਹੜੀ ਮੌਤ ਜਾਂ ਅਗਲੀ ਹੱਤਿਆਕਾਂਡ ਜਿਹੜਾ ਹੋਣਾ ਸੀ ਉਹ ਸ਼ਕਤੀ ਸਿੰਘ ਡੇਰੇ ਸਮਰਥਕ ਦਾ ਹੋਣਾ ਸੀ, ਉਸ ਐਕਿਊਜ਼ ਦਾ ਹੋਣਾ ਸੀ ਜੋ ਕਿ ਬੇਅਦਬੀ ਕਾਂਡ ਦੇ ਵਿੱਚ ਮੇਨ ਐਕਿਊਜ਼ ਦੇ ਵਿੱਚੋਂ ਇੱਕ ਆਉਂਦਾ ਹੈ। ਸ਼ਕਤੀ ਸਿੰਘ ਦੀ ਹੱਤਿਆ ਤੋਂ ਪਹਿਲਾਂ ਹੀ ਮੋਗਾ ਪੁਲਿਸ ਨੇ ਇਸ ਪੂਰੇ ਕੇਸ ਦੀ ਗੁੱਥੀ ਨੂੰ ਸੁਲਝਾ ਲਿਆ ਸੀ। ਅਰਸ਼ਦੀਪ ਡੱਲਾ ਜਿਹੜਾ ਹੈ ਅਜੇ ਵੀ ਕੈਨੇਡਾ ਦੇ ਵਿੱਚ ਹੈ। ਉਸਨੇ ਕਈ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਨਾਲ ਹਾਲ ਹੀ ਦੇ ਦਿਨਾਂ ਵਿੱਚ ਗੱਲਬਾਤ ਵੀ ਕੀਤੀ ਹੈ। ਲੇਕਿਨ ਇਹ ਦੱਸਦੀ ਵੀ ਮੋਗਾ ਪੁਲਿਸ ਤੇ ਉੱਥੋਂ ਦੇ ਐਸਐਸਪੀ ਹਰਮਨਵੀਰ ਗਿੱਲ ਨੇ ਇਸ ਪੂਰੇ ਕੇਸ ਦੀ ਇੱਕ ਬਹੁਤ ਹੀ ਲੜੀ ਦਰ ਲੜੀ ਜਾ ਕੇ ਪਰਤ ਦਰ ਪਰਤ ਫਰੋਲਣ ਦੀ ਇੱਕ ਜਿਹੜੀ ਪੂਰੀ ਐਕਸਰਸਾਈਜ਼ ਜਾਂ ਇਨਵੈਸਟੀਗੇਸ਼ਨ ਕੀਤੀ ਉਹ ਕਾਬਿਲੇ ਤਾਰੀਫ ਵੀ ਹੈ। ਕਿਉਂਕਿ ਅਕਸਰ ਅਸੀਂ ਗੈਂਗਸਟਰਾਂ ਦੀਆਂ ਜਿਹੜੀਆਂ ਕਹਾਣੀਆਂ ਦੱਸਦੇ ਹਾਂ, ਹੁਣ ਆਹ ਕਹਾਣੀ ਤੁਸੀਂ ਵੇਖ ਲਓ ਵੀ ਸੁੱਖਾ ਲੰਮੇ ਇੱਕ ਐਸਾ ਨੌਜਵਾਨ ਜੋ ਕਿ ਇੱਕ ਲੜਾਈ ਝਗੜੇ ਦੇ ਕੇਸ ਦੇ ਵਿੱਚ ਅੰਦਰ ਗਿਆ ਸੀ, ਉਸ ਨੂੰ ਜੇਲ੍ਹ ਦੇ ਵਿੱਚੋਂ ਬੇਲ ਤੇ ਲਿਆ ਕੇ ਉਸਦੇ ਦੁਸ਼ਮਣ ਦੇ ਘਰ ਦੇ ਬਾਹਰ ਗੋਲੀਆਂ ਮਰਵਾ ਕੇ ਉਸ ਤੋਂ ਫੇਸਬੁੱਕ ਉੱਤੇ ਇਹਨਾਂ ਗੋਲੀਆਂ ਚਲਾਉਣ ਦੀ ਜ਼ਿੰਮੇਵਾਰੀ ਲਵਾ ਕੇ ਉਸ ਨੂੰ ਮਾਰਤਾ ਗਿਆ, ਉਸ ਦਾ ਸਿਰ ਧੜ ਤੋਂ ਵੱਧਤਾ ਗਿਆ, ਉਸ ਨੂੰ ਦੌਦਰ ਜਿਹੜੀ ਨਹਿਰ ਹੈ ਉਸ ਦੇ ਵਿੱਚ ਸਿੱਟਤਾ ਗਿਆ ਤੇ ਬਾਅਦ ਦੇ ਵਿੱਚ ਉਸ ਦੀ ਆਇਡੈਂਟੀਟੀ ਨੂੰ ਹਾਸਲ ਕਰਕੇ ਉਸ ਦੀ ਸੋਸ਼ਲ ਮੀਡੀਆ ਪ੍ਰੋਫਾਈਲ ਦੇ ਉੱਤੋਂ ਉਸ ਨੂੰ ਆਪਰੇਟ ਕਰਨਾ ਕਿੱਡੀ ਵੱਡੀ ਸਾਜ਼ਿਸ਼ ਸੀ, ਜਿਸ ਲਈ ਕਿ ਅਰਸ਼ ਡੱਲਾ ਜਿਹੜਾ ਹੈ ਉਹ ਕੈਨੇਡਾ ਤੋਂ ਭਾਰਤ ਆਇਆ ਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਚਲਾ ਗਿਆ। ਉਸ ਤੋਂ ਬਾਅਦ ਉਸਨੇ 1 ਸਾਲ ਤੱਕ ਦੇਸ਼ ਦੀਆਂ ਸਭ ਤੋਂ ਪ੍ਰੀਮੀਅਰ ਏਜੰਸੀਆਂ NIA, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਤੇ ਮੋਗਾ ਪੁਲਿਸ ਦੀ ਅੱਖਾਂ ਦੇ ਵਿੱਚ ਧੂੜ ਝੋਕਣ ਦਾ ਕੰਮ ਜਿਹੜਾ ਸੀ ਉਹ ਕੀਤਾ ਤੇ ਉਹ ਬਹੁਤ ਹੀ ਕਾਮਯਾਬੀ ਦੇ ਨਾਲ ਇਹ ਕੰਮ ਕਰ ਪਾ ਰਿਹਾ ਸੀ। ਲੇਕਿਨ ਜੇ SSP ਮੋਗਾ ਜਿਹੜੇ ਹੈਗੇ ਨੇ ਹਰਮਨਵੀਰ ਗਿੱਲ ਇਸ ਕੇਸ ਦੇ ਵਿੱਚ ਮੈਂ ਦੱਸ ਦਵਾਂ ਵੀ ਉਹਨਾਂ ਦੀ ਜਿਹੜੀ ਇਨਵੈਸਟੀਗੇਸ਼ਨ ਕਾਫੀ ਹੱਦ ਤੱਕ ਇੱਕ ਪਰਸਨਲ ਲੈਵਲ ਤੇ ਉਹਨਾਂ ਨੇ ਇਸ ਕੇਸ ਨੂੰ ਚੁਣੌਤੀ ਲੈ ਕੇ ਵੀ ਕਰਿਆ, ਕਿਉਂਕਿ ਦੱਸਿਆ ਜਾਂਦਾ ਹੈ ਕਿ ਸੁਪਰ ਸ਼ਾਈਨ ਜਿਹੜਾ ਸ਼ੂ ਸਟੋਰ ਹੈ ਉਸ ਦਾ ਮਾਲਿਕ ਜਦੋਂ ਮਾਰਿਆ ਗਿਆ ਸੀ ਉਸ ਤੋਂ ਬਾਅਦ ਉਸ ਮਾਲਿਕ ਜਾਂ ਉਸ ਪਰਿਵਾਰ ਦੇ ਜਿਹੜੇ ਜੀ ਸਨ, ਖਾਸ ਕਰਕੇ ਉਹਨਾਂ ਦੀ ਮਾਤਾ ਜਿਹੜੀ ਸੀ ਤੇਜਿੰਦਰ ਪਿੰਕਾ ਦੀ, ਉਹਨਾਂ ਵੱਲੋਂ ਲਗਾਤਾਰ ਮੋਗਾ ਪੁਲਿਸ ਨੂੰ ਤੌਮਤਾਂ ਵੀ ਦਿੱਤੀਆਂ ਗਈਆਂ ਤੇ ਇੱਥੋਂ ਤੱਕ ਕਿਹਾ ਗਿਆ ਵੀ ਮੇਰੇ ਮੁੰਡੇ ਨੂੰ ਸ਼ਾਇਦ ਤੁਸੀਂ ਪੁਲਿਸ ਵਾਲਿਆਂ ਨੇ ਹੀ ਮਰਾਇਆ ਹੈ। ਸੋ ਇਸ ਤਰੀਕੇ ਦੀ ਇੱਕ ਵਿਅਕਤੀਗਤ ਚੁਣੌਤੀ ਜੀ ਬਣ ਚੁੱਕਾ ਸੀ ਇਹ ਵਾਲਾ ਕੇਸ, ਸੁਪਰ ਸ਼ਾਈਨ ਵਾਲਾ ਕੇਸ। ਲੇਕਿਨ ਜਦੋਂ ਇਸ ਪੂਰੇ ਕੇਸ ਦੀ ਜੜ ਵਿੱਚ ਜਾਇਆ ਗਿਆ ਜਾਂ ਉਸ ਨੂੰ ਗਹਿਰਾਈ ਤੱਕ ਜਾ ਕੇ ਇਹਨਾਂ ਨੇ ਕੋਖਿਆ, ਉਸ ਤੋਂ ਬਾਅਦ ਜੋ ਚੀਜ਼ ਇਹਨਾਂ ਦੇ ਹੱਥ ਲੱਗੀ ਤੇ ਜੋ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ ਕੌਨਸਪੀਰੇਸੀ ਜਿਸ ਵਿੱਚ ਕਿ ਇੱਕ ਗੈਂਗਸਟਰ ਨੇ ਦੂਸਰੇ ਗੈਂਗਸਟਰ ਨੂੰ ਮਰਵਾ ਕੇ ਉਸ ਦੀ ਪ੍ਰੋਫਾਈਲ ਚੋਰੀ ਕਰਕੇ ਉਸ ਦੀ ਪ੍ਰੋਫਾਈਲ ਤੋਂ ਇੱਕ ਐਸਾ ਧੰਦਾ, ਇੱਕ ਐਸਾ ਰੈਕਟ ਤੇ ਇੱਕ ਐਸਾ ਗੈਂਗ ਖੜਾ ਕਰ ਲਿਆ ਜਿਸ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਬਹੁਤ ਹੀ ਖਤਰਨਾਕ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ। ਅਰਸ਼ਦੀਪ ਜਿਹੜਾ ਡੱਲਾ ਹੈ ਉਹ ਇਸ ਵਕਤ ਕੈਨੇਡਾ ਦੇ ਵਿੱਚ ਹੈ, ਸਰੀ ਦੇ ਵਿੱਚ ਰਹਿ ਰਿਹਾ ਹੈ। ਉਸ ਨੂੰ ਭਾਰਤ ਐਕਸਟ੍ਰਾਡਾਈਟ ਕਰਾਉਣ ਦੀਆਂ ਕੋਸ਼ਿਸ਼ਾਂ ਹੈਗੀਆਂ ਨੇ। ਕੈਨੇਡਾ ਸਰਕਾਰ ਵੱਲੋਂ ਪਹਿਲਾਂ ਕਿੰਨਾ ਕੋਆਪਰੇਸ਼ਨ ਮਿਲਿਆ ਸਾਨੂੰ ਪਤਾ ਹੀ ਹੈ। ਇਸ ਤੋਂ ਇਲਾਵਾ ਹਰਸ਼ਦੀਪ ਨਿੱਜਰ ਜਿਹੜਾ ਹੈ ਖਾਲਿਸਤਾਨ ਟਾਈਗਰ ਫੋਰਸ ਦਾ ਸਰਗਨਾ ਹੈ ਜਿਸ ਵੱਲੋਂ ਕਿ ਇਹ ਵਾਰਦਾਤਾਂ ਨੂੰ ਅੰਜਾਮ ਦਵਾਇਆ ਗਿਆ, ਕਿਉਂਕਿ ਕਿਤੇ ਨਾ ਕਿਤੇ ਸਿੱਖ ਸੈਂਟੀਮੈਂਟ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਣੇ ਪਾਸੇ ਕਰਨ ਦੇ ਨਜ਼ਰੀਏ ਨਾਲ ਹਰਸ਼ਦੀਪ ਨਿੱਜਰ ਵਰਗੇ ਲੋਕਾਂ ਨੇ ਡੇਰੇ ਸੱਚੇ ਸੌਦੇ ਦੇ ਲੋਕਾਂ ਨੂੰ ਟਾਰਗੇਟ ਕਰਵਾਉਣਾ, ਉਹ ਸਿਲਸਿਲਾ ਜਿਹੜਾ ਅੱਗੇ ਤੋਰੀ ਰੱਖਿਆ। ਇੱਕ ਪੈਸਟਰ ਦੇ ਉੱਤੇ ਵੀ ਫਿਲੌਰ ਵਿੱਚ ਇਹਨਾਂ ਨੇ ਗੋਲੀ ਚਲਾਈ, ਸ਼ਕਤੀ ਸਿੰਘ ਨੇ ਅਗਲਾ ਨਿਸ਼ਾਨਾ ਬਣਨਾ ਸੀ। ਸੋ ਕੋਸ਼ਿਸ਼ ਇੱਕ ਇਹ ਸੀ ਵੀ ਇੱਕ ਪਾਸੇ ਲੋਕਾਂ ਦੀ ਜਿਹੜੀ ਸਮਰਥਨ ਵੀ ਲੈਂਦੇ ਰਹੀਏ, ਦੂਸਰੇ ਪਾਸੇ ਲੋਕਾਂ ਨੂੰ ਇਹ ਨਜ਼ਰ ਆਉਂਦਾ ਰਹੇ ਵੀ ਜਿਹੜੇ ਗੈਂਗਸਟਰ ਹੈਗੇ ਨੇ ਇਹ ਬਹੁਤ ਚੰਗੇ ਕੰਮ ਕਰ ਰਹੇ ਹੈਗੇ ਨੇ, ਬੇਅਦਬੀ ਦੇ ਜਿਹੜੇ ਮੁਲਜ਼ਮ ਹੈਗੇ ਨੇ ਜਾਂ ਜਿਹੜੇ ਦੋਸ਼ੀ ਆਰੋਪੀ ਜੋ ਵੀ ਆਪਾਂ ਉਹਨਾਂ ਨੂੰ ਮੰਨਦੇ ਹਾਂ ਉਹਨਾਂ ਦੇ ਕਤਲ ਕਰਕੇ ਬਹੁਤ ਵੱਡਾ ਕੌਮ ਦਾ ਕੰਮ ਕਰ ਰਹੇ ਹੈਗੇ ਨੇ, ਜਦੋਂ ਕਿ ਅਸਲੀਅਤ ਕੁਝ ਹੋਰ ਸੀ। ਜੋ ਵੀ ਇਹਦਾ ਐਪਰੇਟਸ ਸੀ, ਜੋ ਵੀ ਸੈਟਅਪ ਸੀ, ਉਹ ਇੱਕ ਬਹੁਤ ਹੀ ਘਿਨੌਣੀ ਸਾਜ਼ਿਸ਼ ਸੀ। ਇੱਕ ਐਸਾ ਨੌਜਵਾਨ ਜੋ ਕਿ ਜਿਹਦੇ ਛੋਟੇ-ਮੋਟੇ ਝਗੜੇ ਸਨ, ਉਹ ਜੇਲ੍ਹ ਤੋਂ ਵਿਚਾਰਾ ਬੇਲ ਤੇ ਬਾਹਰ ਹੀ ਆਇਆ ਸੀ, ਉਹਨੂੰ ਮਾਰਤਾ ਗਿਆ, ਉਸ ਨੂੰ ਮਾਰ ਕੇ ਮੁਕਾਤਾ ਗਿਆ ਤੇ ਉਸਦੇ ਪਰਿਵਾਰ ਤੇ ਪੂਰੇ ਇਲਾਕੇ ਨੂੰ ਕਈ ਮਹੀਨੇ ਤੱਕ, ਕਈ ਸਾਲ ਤੱਕ ਇਸ ਦਾ ਪਤਾ ਨਹੀਂ ਲੱਗਾ। ਜੇ ਮੋਗਾ ਪੁਲਿਸ ਨੇ ਤਫਤੀਸ਼ ਇੰਨੀ ਗਹਿਰਾਈ ਵਿੱਚ ਨਾ ਕੀਤੀ ਹੁੰਦੀ ਤਾਂ ਸ਼ਾਇਦ ਸੁੱਖਾ ਲੰਮੇ ਜਿਹੜਾ ਗਰੁੱਪ ਸੀ ਉਹ ਅੱਜ ਵੀ ਚੱਲ ਰਿਹਾ ਹੁੰਦਾ। ਲੇਕਿਨ ਇਹ ਦੱਸ ਦਈਏ ਵੀ ਅੱਜ ਦੀ ਤਰੀਕ ਵਿੱਚ ਸੁੱਖਾ ਲੰਮੇ ਗਰੁੱਪ ਦੇ ਹਰ ਟਰਮੀਨਲ ਨੂੰ ਖਤਮ ਕਰਤਾ ਗਿਆ। ਮੋਗਾ ਪੁਲਿਸ ਨੇ ਸਖਤੀ ਇੰਨੀ ਜ਼ਿਆਦਾ ਕੀਤੀ ਹੈ ਕਿਉਂਕਿ ਇਸ ਗੈਂਗ ਦੇ ਵਿੱਚ ਜਾਂ ਇਸ ਪੂਰੇ ਪਲੈਨਿੰਗ ਦੇ ਵਿੱਚ, ਇਸ ਕੌਨਸਪੀਰੇਸੀ ਦੇ ਵਿੱਚ ਇਕੱਲੇ ਇਹ ਗੈਂਗਸਟਰ ਸ਼ਾਮਿਲ ਨਹੀਂ ਸਨ। ਬਹੁਤ ਸੇ ਐਸੇ ਰਿਸ਼ਤੇਦਾਰ ਜਿਹੜੇ ਸਨ ਅਰਸ਼ਦੀਪ ਡੱਲੇ ਦੇ ਸ਼ਾਮਿਲ ਸਨ, ਹੋਰ ਵੀ ਬਹੁਤ ਸੇ ਇਸ ਦੇ ਨਾਲ ਦੇ ਐਲਾਈਡ ਜਿਹੜੇ ਗੈਂਗਸਟਰ ਸਨ ਉਹਨਾਂ ਦੇ ਰਿਸ਼ਤੇਦਾਰ, ਈਵਨ ਉਹਨਾਂ ਦੇ ਘਰ ਦੀਆਂ ਬਜ਼ੁਰਗ ਮਹਿਲਾਵਾਂ ਤੱਕ ਹਥਿਆਰਾਂ ਨੂੰ ਲਿਜਾਣ ਇੱਕ ਦੂਸਰੀ ਥਾਵਾਂ ਤੇ ਦੇਣ ਦਾ ਜਿਹੜਾ ਕੰਮ ਸੀ ਉਹ ਕਰਦੀਆਂ ਸਨ। ਇਹਨਾਂ ਨੇ ਬੇਸ਼ੱਕ ਜਿਹੜੇ ਛੋਟੇ-ਮੋਟੇ ਗੈਂਗਸਟਰ ਸੀ ਉਹਨਾਂ ਨੂੰ ਰਿਕਰੂਟ ਫੇਸਬੁੱਕਾਂ ਜ਼ਰੀਏ ਜਾਂ ਸੋਸ਼ਲ ਮੀਡੀਆ ਦੇ ਜ਼ਰੀਏ ਕੀਤਾ ਹੋਇਆ ਸੀ ਤੇ ਉਹਨਾਂ ਤੋਂ ਹੀ ਇਹ ਵਾਰਦਾਤਾਂ ਨੂੰ ਅੰਜਾਮ ਕਰਾਉਂਦੇ ਸਨ। ਕਿਸੇ ਵੀ ਲੈਵਲ ਤੇ ਜੇ ਕੋਈ ਫੜਿਆ ਵੀ ਜਾਂਦਾ ਸੀ ਤਾਂ ਉਸ ਦੀ ਜਿਹੜੀ ਜਾਣਕਾਰੀ ਸੀ
ਉਹ ਇੱਕ ਸੀਮਿਤ ਪੱਧਰ ਦੀ ਹੁੰਦੀ ਸੀ, ਇੱਕ ਤਰੀਕੇ ਨਾਲ ਸਲੀਪਰ ਸੈੱਲ ਜੋ ਕਿ ਉੱਥੇ ਹੀ ਖਤਮ ਕਰਤਾ ਜਾਂਦਾ ਸੀ। ਲੇਕਿਨ ਇਹ ਪਰਿਵਾਰਾਂ ਦੇ ਪਰਿਵਾਰ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਵਡ ਸਨ ਤੇ ਬਾਅਦ ਦੇ ਵਿੱਚ ਇਹਨਾਂ ਦੇ ਸਭ ਦੇ ਉੱਤੇ ਇਹ ਪਰਚੇ ਵੀ ਰਜਿਸਟਰ ਹੋਏ ਤੇ ਇਹਨਾਂ ਨੂੰ ਇਸ ਕੇਸ ਦੇ ਵਿੱਚ ਨਾਮਜ਼ਦ ਵੀ ਕੀਤਾ ਗਿਆ। ਕਿਉਂਕਿ ਬਹੁਤ ਸੀਆਂ ਮੌਤਾਂ ਜਿਹੜੀਆਂ ਮੋਗੇ ਵਿੱਚ ਹੋ ਰਹੀਆਂ ਸਨ, ਉਹਨਾਂ ਦਾ ਕੋਈ ਸਿਰ ਪੈਰ ਨਹੀਂ ਸੀ। ਰੰਗਦਾਰੀ ਜਾਂ ਵਸੂਲੀ ਐਕਸਟੋਰਸ਼ਨ ਦੀ ਕਾਲ ਤੱਕ ਵੀ ਬਹੁਤ ਸੇ ਲੋਕਾਂ ਨੂੰ ਨਹੀਂ ਸੀ ਕੀਤੀ ਜਾਂਦੀ, ਉਹਨਾਂ ਨੂੰ ਸਿੱਧਾ ਆ ਕੇ ਗੋਲੀ ਮਾਰੀ ਜਾਂਦੀ ਸੀ, ਕਿਉਂਕਿ ਮਕਸਦ ਉਹਦਾ ਦਹਿਸ਼ਤ ਕ੍ਰੀਏਟ ਕਰਨਾ ਹੁੰਦਾ ਸੀ। ਕਿਉਂਕਿ ਇਸ ਗੈਂਗ ਦੀ ਜਿਹੜੀ ਪੂਰੀ ਦੁਕਾਨ ਤੇ ਧੰਦਾ ਸੀ ਉਹ ਉਸ ਟੈਰਰ ਤੇ ਦਹਿਸ਼ਤ ਉੱਤੇ ਤੁਰਦਾ ਸੀ ਤੇ ਇਹੀ ਕਾਰਨ ਸੀ ਵੀ ਇੱਕ ਮਰੇ ਹੋਏ ਗੈਂਗਸਟਰ ਦੇ ਨਾਂ ਉੱਤੇ ਵੀ ਕਈ ਮਹੀਨੇ ਤੱਕ ਇਸ ਗੈਂਗ ਨੇ ਆਪਣਾ ਕੰਮ ਪੂਰੇ ਧੜੱਲੇ ਦੇ ਨਾਲ ਮੋਗੇ ਦੇ ਇਲਾਕੇ ਵਿੱਚ ਚਲਾਇਆ। ਸੋ ਇਹ ਸੀ ਪੂਰੀ ਕਹਾਣੀ। ਇੱਕ ਵਾਰ ਫਿਰ ਸਾਡੀ ਤਫਤੀਸ਼ੀ ਏਜੰਸੀਆਂ ਨੂੰ ਬਹੁਤ-ਬਹੁਤ ਸ਼ਾਬਾਸ਼ ਹੈ ਕਿ ਉਹਨਾਂ ਨੇ ਇਸ ਇਨਵੈਸਟੀਗੇਸ਼ਨ ਨੂੰ ਬਹੁਤ ਹੀ ਸਹੀ ਪ੍ਰੋਫੈਸ਼ਨਲ ਤਰੀਕੇ ਨਾਲ ਕੀਤਾ ਤੇ ਇਸ ਨੂੰ ਇੱਕ ਸਿੱਟਾ ਮੁਖੀ ਕੰਕਲੂਜਨ ਦੇ ਵਿੱਚ ਤਬਦੀਲ ਕੀਤਾ। ਬਹੁਤ-ਬਹੁਤ ਧੰਨਵਾਦ। ਇਹ ਰਿਪੋਰਟ ਵੀ ਇੱਥੇ ਖਤਮ ਹੁੰਦੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤਰੀਕੇ ਦੀਆਂ ਹੋਰ ਕੁਝ ਰਿਪੋਰਟਸ ਜਿਨ੍ਹਾਂ ਦੇ ਵਿੱਚ ਕਿ ਅਸੀਂ ਆਪਣੇ ਵਿਊਅਰਸ ਲਈ ਕੁਝ ਵੱਖਰੇ ਕਿਸਮ ਦੀ ਜਾਣਕਾਰੀ ਲਿਆ ਕੇ ਦੇ ਸਕੀਏ, ਉਸ ਨੂੰ ਸਕਰੀਨ ਦੇ ਉੱਤੇ ਲਿਆਉਣ ਦਾ ਸਿਲਸਿਲਾ ਜਾਰੀ ਰਹੇਗਾ। ਬਹੁਤ-ਬਹੁਤ ਧੰਨਵਾਦ। ਸਾਡੇ ਨਾਲ ਬਣੇ ਰਹੋ, ਜੁਟੇ ਰਹੋ।